ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਵੈਲਕਮ। ਸ਼ੁਕਰੀਆ ਰੰਧਾਵਾ ਜੀ। ਮਨਪ੍ਰੀਤ ਜੀ, ਸਿਆਸਤ ਵਿੱਚ ਕੁਝ ਪਤਾ ਨਹੀਂ ਲੱਗਦਾ ਕਦੋਂ ਕੀ ਹੋ ਜੇ। ਇੱਕ ਬੰਨੇ ਉਹ ਰਾਹਤ ਮਿਲਦੀ ਆ, ਦੂਜੇ ਬੰਨੇ ਝਟਕਾ ਲੱਗ ਜਾਂਦਾ। ਸ਼੍ਰੋਮਣੀ ਅਕਾਲੀ ਦਲ 11 ਵਜੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਿਹਾ ਤੇ ਕੁਝ ਵੱਡਾ ਹੋ ਰਿਹਾ। ਬ੍ਰਹਮਪੁਰਾ ਦੇ ਸ਼ਾਮਲ ਹੋਣ ਦੀ ਸੂਚਨਾ ਹੈ, ਲੇਕਿਨ ਦੂਜੇ ਬੰਨੇ ਦਿੱਲੀ ਵਿੱਚ ਬੀਜੇਪੀ ਨੇ 1 ਵਜੇ ਪ੍ਰੈਸ ਕਾਨਫਰੰਸ ਰੱਖੀ ਆ। ਉਹਦੇ ਵਿੱਚ ਅੱਧੀ ਦਰਜਨ ਤੋਂ ਵੱਧ ਲੋਕ ਵੱਡਾ ਝਟਕਾ ਦੇ ਸਕਦੇ ਆ ਅਕਾਲੀ ਦਲ ਨੂੰ, ਇਹਦੀ ਵੀ ਸੂਚਨਾ ਹੈ। ਇਹਦਾ ਅੱਗੇ ਜ਼ਿਕਰ ਕਰਾਂਗੇ ਕਿ ਕੌਣ ਸ਼ਾਮਲ ਹੋ ਰਹੇ ਆ। ਲੇਕਿਨ ਬਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਲੈ ਕੇ ਪੰਜਾਬ 'ਚ ਹਾਹਾਕਾਰ ਮੱਚੀ ਹੋਈ ਆ। FIR ਤੇ ਬਾਕੀ ਮਾਮਲੇ ਇਕੱਠੇ ਕਲੱਬ ਕੀਤੇ ਜਾਂਦੇ ਆ। ਜਦੋਂ ਰਿਪੋਰਟਾਂ ਇਹ ਕਹਿ ਰਹੀਆਂ, ਇੱਕ ਅਖਬਾਰ ਸਮੂਹ ਹੈ ਉਹ ਬਹੁਤ ਅੰਕੜੇ ਪੇਸ਼ ਕਰ ਰਿਹਾ, ਜਿਹਨੇ ਕਦੇ ਇਸ ਮਾਮਲੇ ਦੇ ਵਿੱਚ ਫਰੰਟ ਪੇਜ ਉੱਤੇ ਖਿਮਾ ਜਾਚਨਾ ਕੀਤੀ ਸੀਗੀ। ਉਹੀ ਹੁਣ ਰੇਤ ਮਾਫੀਆ ਨਾਲ ਸੰਬੰਧਿਤ ਗੱਲ ਹੋ ਰਹੀ ਆ। ਹੁਣ ਪੁਰਾਣੇ ਵਜ਼ੀਰਾਂ ਦੇ ਸ਼ਾਮਲ ਤਫਤੀਸ਼ ਕੀਤੇ ਜਾਣ ਦੀ ਗੱਲ ਹੋ ਰਹੀ ਆ। ਜਗਦੀਸ਼ ਭੋਲੇ ਨੂੰ ਤਲਬ ਕੀਤੇ ਜਾਣ ਦੀ ਗੱਲ ਹੋ ਰਹੀ ਆ। ਉਹ ਲੋਕ ਜਿਹੜੇ ਉਸ ਵੇਲੇ 14 ਦੇ ਵਿੱਚ ਮਾਫ ਕਰਨਾ, ਜਿਨ੍ਹਾਂ ਨੂੰ ਕੇਸ ਵਿੱਚ ਸ਼ਾਮਲ ਕੀਤਾ ਗਿਆ ਸੀ ਜਾਂ ਹੁਣ ਜ਼ਮਾਨਤਾਂ ਦੇ ਬਾਹਰ ਆ, ਉਹਨਾਂ ਨੂੰ ਸ਼ਾਮਲ ਤਫਤੀਸ਼ ਕੀਤਾ ਜਾ ਰਿਹਾ। ਬਿਕਰਮ ਸਿੰਘ ਮਜੀਠੀਆ ਦੇ ਨੇੜਲਿਆਂ ਤੇ ਬਾਜ਼ ਨਜ਼ਰ ਰੱਖ ਰਹੀ ਆ ਪੰਜਾਬ ਪੁਲਿਸ ਦੀ SIT, ਲੇਕਿਨ ਬਹੁਤ ਦੁਬਦਾ ਵਾਲੀ ਸਥਿਤੀ ਆ। ਅਕਾਲੀ ਦਲ ਕਹਿੰਦਾ ਉਹ ਭੱਜੇ ਹੋਏ ਨਹੀਂ, ਆਪਣੇ ਘਰ 'ਚ ਨੇ। ਸੁਖਬੀਰ ਕਹਿੰਦੇ ਆ, ਬੰਟੀ ਰਮਾਣਾ ਕਹਿੰਦੇ ਆ ਉਹ ਹਲਕੇ 'ਚ ਨੇ, ਲੇਕਿਨ ਪੁਲਿਸ ਨੇ ਲੁੱਕ ਆਊਟ ਨੋਟਿਸ ਜਾਰੀ ਕਰਤਾ ਔਰ ਭਾਰਤ ਸਰਕਾਰ ਨੇ ਉਹਨੂੰ ਅੱਗੇ ਵਧਾਤਾ ਹੈ। ED ਆਪਣੇ ਪੱਧਰ ਤੇ ਸਰਗਰਮਾ। ਕੱਲ ਨਿਰੰਜਨ ਸਿੰਘ DGP ਨੂੰ ਔਰ STF ਦੇ ਮੁਖੀ ਸਿੱਧੂ ਸਾਹਿਬ ਨੂੰ ਮਿਲਾਉਂਦੇ ਨੇ। ਹੁਣ ਕੀ ਇਹਦੇ ਵਿੱਚ ਉਹ ਵੀ ਆਪਣੀ ਇਨਪੁਟਸ ਦੇ ਰਹੇ ਨੇ ਜਾਂ ਆਪਣੇ, ਸੋ ਬਹੁਤ ਸਾਰੇ ਪਹਿਲੂ ਇਹਦੇ ਨਾਲ ਸ਼ਾਮਲ ਹੋ ਗਿਆ। ਇਹ ਮੈਨੂੰ ਲੱਗਦਾ ਇਹ ਕੇਸ ਪੰਜਾਬ ਲਈ ਇੱਕ ਆਈਡੀਅਲ ਕੇਸ ਬਣਨ ਵਾਲਾ। ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂ ਦੇ ਨਜ਼ਰੀਏ ਤੋਂ ਜਿਵੇਂ ਗੱਲ ਵਧਾਈ ਜਾ ਰਹੀ ਹੈ, ਅਸੀਂ ਨਹੀਂ ਕਹਿ ਰਹੇ FIR ਦੇ ਵਿੱਚ, ਕਿਉਂਕਿ ਸੈਂਡ ਮਾਫੀਆ ਨੂੰ ਲੈ ਕੇ ਜਦੋਂ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਆ ਕਿ ਸਾਰੇ ਹੀ ਵਿਧਾਇਕ ਰੇਤੇ ਦਾ ਨਜਾਇਜ਼ ਕਾਰੋਬਾਰ ਕਰਦੇ ਆ, ਤੇ ਇਹ ਵੀ ਸਵਾਲ ਉੱਠ ਖੜਦਾ ਕਿ ਤੁਸੀਂ 4.5 ਸਾਲ, ਹੁਣ ਮੈਂ ਸ਼ਬਦ ਨਹੀਂ ਵਰਤਣਾ, ਤੇ ਫਿਰ ਕਹਿੰਦੇ ਮੈਂ ਨਾਮ ਵੀ ਨਹੀਂ ਦੱਸਣੇ। ਤੇ ਇਹੀ ਪਹਿਲੇ 10 ਸਾਲ ਦੇ ਵਿੱਚ ਵੀ ਦੋਸ਼ ਲੱਗਦੇ ਰਹੇ, ਰੌਲਾ ਪੈਂਦਾ ਰਿਹਾ ਕਿ ਇਹ ਜਿਹੜੀ ਰੇਤਾ ਹੈ ਇਹਦੇ ਰੇਟ ਅਸਮਾਨ ਚੜ ਗਏ। ਚਲੋ ਇਹਨੂੰ ਆਪਾਂ ਪਾਸੇ 2 ਮਿੰਟ ਰੱਖ ਲਈਏ। ਮੈਂ ਸਾਰੀ ਡਿਟੇਲ ਤੁਹਾਡੇ ਤੋਂ ਲੈਣੀ, ਅੱਖਰ ਮੈਂ ਚਾਹੁੰਦਾ ਅੱਜ ਫਿਰ ਤੁਸੀਂ ਇਹਦੀ ਤਫਸੀਲ ਦਿਓ। ਲੇਕਿਨ ਇੱਕ ਪਹਿਲੂ ਹੋਰ ਬਹੁਤ ਅਹਿਮ ਆ ਕਿ ਅੱਜ ਇੱਕ 3 ਮੈਂਬਰੀ ਵੱਡੀ ਕਮੇਟੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ਇਲੈਕਸ਼ਨ ਨੂੰ ਲੈ ਕੇ ਬਣਾਤੀ। ਅੱਜ ਨਹੀਂ ਬਣਾਈ, ਇਹ ਬੀਤੇ 2 ਦਿਨ ਚ ਬਣੀ ਹੈ। ਇਹਦੀ ਸੂਚਨਾ ਕੱਲ ਰਾਤ ਨਿਕਲੀ ਹੈ ਔਰ ਇਹ ਹਾਈ ਪਾਵਰ ਕਮੇਟੀ ਹੈ ਜਿਹੜੀ ਫੈਸਲੇ ਕਰ ਰਹੀ ਹੈ ਕਿ ਪੰਜਾਬ ਦੇ ਮੁੱਦੇ ਕੀ ਨੇ ਔਰ ਇਹਨਾਂ ਨੂੰ ਕਿਵੇਂ ਅੱਗੇ ਵਧਾਉਣਾ। ਇਹਦੇ ਉੱਤੇ ਜ਼ਿਕਰ ਕਰਾਂਗੇ ਕਿ ਕੌਣ ਇਹਦੇ ਚ ਸ਼ਾਮਲ ਹੈ। ਸਕਰੀਨਿੰਗ ਕਮੇਟੀ ਦੀ ਕਾਂਗਰਸ ਦੀ ਜਿਹੜੀ ਮੀਟਿੰਗ ਉਹ ਕੱਲ ਦੇਰ ਸ਼ਾਮ ਨੂੰ ਦਿੱਲੀ ਚ ਹੁੰਦੀ ਹੈ, ਜਿਹਦੇ ਚ ਮੁੱਖ ਮੰਤਰੀ ਤੇ ਪ੍ਰਦੇਸ਼ ਪ੍ਰਧਾਨ ਦੋਵੇਂ ਸ਼ਾਮਲ ਹੁੰਦੇ ਆ। ਅਜੇ ਮਾਕਮ ਦੇ ਨਾਲ ਟਿਕਟਾਂ ਨੂੰ ਲੈ ਕੇ ਬੜੇ ਪੇਚ ਫਸੇ ਹੋਇਆ। ਲੇਕਿਨ ਇਸੇ ਹੀ ਸਮੇਂ ਦੇ ਵਿੱਚ ਰਾਧਾ ਸਵਾਮੀ ਡੇਰੇ ਦੇ ਮੁਖੀ ਬਾਬਾ ਉਹ ਮੁੱਖ ਮੰਤਰੀ ਦੇ ਘਰ ਚਲੇ ਜਾਂਦੇ ਆ। ਇੱਕ ਹੋਰ ਦਿੱਲੀੋਂ ਖਬਰ ਚੱਲਦੀ ਰਹੀ ਕਿ ਮੁੱਖ ਮੰਤਰੀ ਐਜ਼ ਅ ਅਨੁਸੂਚਿਤ ਜਾਤੀਆਂ ਚਿਹਰਾ 20-25% ਵੋਟ ਘਰੋਂ ਲੈ ਕੇ ਤੁਰਦੇ ਨੇ। ਇਸ ਕਰਕੇ ਕਾਂਗਰਸ ਨੂੰ ਐਡਵਾਂਟੇਜ ਹੋ ਸਕਦਾ ਹੈ। ਲੇਕਿਨ ਇਹਦੇ ਨਾਲ ਰਾਹੁਲ ਗਾਂਧੀ ਦਾ ਪੰਜਾਬ ਵਿੱਚ ਚੋਣ ਪ੍ਰਚਾਰ ਸ਼ੁਰੂ ਕੀਤੇ ਜਾਣ ਦੀ ਖਬਰ, ਰੈਲੀ ਦਾ ਸਥਾਨ ਤੇ ਤਰੀਕ ਤੈਅ ਕਰਨ ਦੀ ਗੱਲ ਜਾਖੜ ਸਾਹਿਬ ਕਰ ਰਿਹਾ। ਲੇਕਿਨ ਮੈਂ ਸਭ ਤੋਂ ਪਹਿਲਾਂ ਅਕਾਲੀਆਂ ਦੇ ਕੌਣ ਜਾ ਰਹੇ ਆ ਤੇ ਕੌਣ ਆ ਰਹੇ ਤੇ ਤਬਸਰਾ ਕਰਾਂ। ਭਾਜਪਾ ਨੇ ਕਿਹੜੀ ਕਮੇਟੀ ਬਣਾਈ ਤੇ ਉਹਦੇ ਚ ਕੌਣ ਆ ਤੇ ਉਹਦਾ ਏਜੰਡਾ ਕੀ ਆ ਤੇ ਸੀਟਾਂ ਦੀ ਵੰਡ ਕਿਵੇਂ ਹੋਣੀ ਆ, ਇਹਦੀ ਸਾਡੀ ਕੋਲ ਪੁਖਤਾ ਸੂਚਨਾ, ਉੱਤੇ ਗੱਲ ਕਰੀਏ। ਇਸ ਤੋਂ ਪਹਿਲਾਂ ਮੈਂ ਬਿਕਰਮ ਮਜੀਠੀਆ ਵਾਲਾ ਕੇਸ ਤੁਹਾਨੂੰ ਅੱਗੇ ਵਧਾਉਣ ਲਈ ਕਹੂੰਗਾ ਕਿ ਜੋ FIR ਦਾ ਆਧਾਰ ਕੱਲ ਦੀਆਂ ਸਰਗਰਮੀਆਂ, ਅਖਬਾਰੀ ਰਿਪੋਰਟਾਂ, ਇਹਨੂੰ ਕਲੱਬ ਕਰਕੇ ਮੈਨੂੰ ਦੱਸਿਓ ਸਥਿਤੀ ਕਿੱਥੇ ਖੜੀ ਆ। ਮੈਨੂੰ ਲੱਗਦਾ ਟੇਢਾ ਹੋ ਗਿਆ ਕੇਸ, ਉਹਨਾਂ ਸੌਖਾ ਨਹੀਂ ਜਿੰਨਾ ਸ਼ੁਰੂਆਤ 'ਚ ਮੰਨਿਆ ਜਾ ਰਿਹਾ ਸੀ ਕਿ ਸਿਆਸੀ ਬਦਲਾਖੋਰੀ ਬਣ ਜਾਊ। ਮੈਨੂੰ ਲੱਗਦਾ ਇਹਦੀਆਂ ਤੈਹਾਂ ਬਹੁਤ ਹੋ ਗਈਆਂ, ਇਹ ਫਰੋਲੀਆਂ ਜਾਣਗੀਆਂ ਤਾਂ ਬਹੁਤ ਸਾਰੇ ਪਰਦੇ ਚੱਕੇ ਜਾਣੇ ਆ। ਕੀ ਕਹਿੰਦੇ ਹੋ? ਦੇਖੋ ਰੰਧਾਵਾ ਜੀ, ਜਦੋਂ ਤੋਂ ਇਹ FIR ਹੋਈ ਹੈ 20 ਦਸੰਬਰ ਦੀ, ਉਸ ਤੋਂ ਬਾਅਦ ਲਗਾਤਾਰ ਅਟਕਲਾਂ ਲਾਈਆਂ ਜਾ ਰਹੀਆਂ ਸੀ ਕਿ ਕੀ ਇਹ ਸਿਆਸੀ ਮਸਲਾ ਬਣ ਕੇ ਰਹਿ ਜਾਊਗਾ ਜਾਂ ਬਿਕਰਮ ਸਿੰਘ ਮਜੀਠੀਆ ਨੂੰ ਤਾਂ ਦੂਜੇ ਦਿਨ ਹੀ ਬੇਲ ਮਿਲ ਜਾਣੀ ਹੈ, ਜ਼ਮਾਨਤ ਮਿਲ ਜਾਣੀ ਆ ਤੇ ਕਾਂਗਰਸ ਨੂੰ ਲੱਗਦਾ ਮੂੰਹ ਦੀ ਖਾਣੀ ਪਊਗੀ। ਇਹ ਸਾਰੇ ਦਾ ਸਾਰਾ ਮਸਲਾ ਇਸ ਤਰ੍ਹਾਂ ਬਣਾਇਆ ਜਾ ਰਿਹਾ ਸੀ। ਲੇਕਿਨ ਜਿਸ ਤਰ੍ਹਾਂ ਉਸ ਤੋਂ ਬਾਅਦ ਗਤੀਵਿਧੀਆਂ ਸ਼ੁਰੂ ਹੋਈਆਂ
ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਕਿ ਪੰਜਾਬ ਸਰਕਾਰ ਨੇ SIT ਬਣਾਤੀ ਆ। ਉਹ ਆਪਾਂ ਜੀ ਨੂੰ ਪਤਾ, AIG ਬਲਕਾਰ ਸਿੰਘ ਆ, DSP ਕੁਲਵੰਤ ਸਿੰਘ ਆ, ਇੰਸਪੈਕਟਰ ਰਜੇਸ਼ ਕੁਮਾਰ, ਇਹਨਾਂ ਨੂੰ ਲੈ ਕੇ ਇੱਕ SIT ਬਣਾਤੀ ਆ ਕਿ ਜਾਂਚ ਅੱਗੇ ਬਲ ਵਧਾਓ ਜੀ। ਬਲਕਾਰ ਦੀ ਬਜਾਏ ਜੇ ਬਲਰਾਜ ਕਰ ਲੋ ਜ਼ਿਆਦਾ ਵਧੀਆ ਰਹੂ, ਤੁਹਾਡੇ ਉਹ ਕੱਕਾ ਆ ਗਿਆ ਵਿੱਚ। ਹਾਂ ਅੱਛਾ, ਮਾਫੀ ਚਾਹੁੰਦਾ ਜੀ ਜੀ। ਸੋ AIG ਬਲਰਾਜ ਸਿੰਘ, ਉਹ ਇਹਦੇ ਜਿਹੜੇ ਹੈਗੇ ਆ ਉਹਨਾਂ ਨੂੰ ਹੈਡ ਲਾਇਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਜਿਹੜੀ ਹੈ ਜਾਂਚ ਅੱਗੇ ਵਧਾਓ। ਜੀ। ਹੁਣ ਤੁਸੀਂ ਦੇਖੋ, ਇੱਕ ਪਾਸੇ ਇਹ ਹੁੰਦਾ, ਦੂਸਰੇ ਪਾਸੇ ਕੱਲ ਇੱਕ ਬੜੀ ਅਹਿਮ ਮੀਟਿੰਗ ਹੁੰਦੀ ਆ ਜਿਹਦੇ ਵਿੱਚ ਜਿਹੜੀ ਸਪੈਸ਼ਲ ਟਾਸਕ ਫੋਰਸ ਆ, ਜਿਹਦੇ ਹਰਪ੍ਰੀਤ ਸਿੰਘ ਸਿੱਧੂ ਜਿਹੜੇ ਉਹਦੇ ਮੁਖੀ ਨੇ, ਉਹ ਪੰਜਾਬ ਦੇ DGP ਸਿਧਾਰਥ ਚਟੋਪਾਧਿਆਏ ਤੇ ਜਿਹੜੇ ਡਿਪਟੀ ਡਾਇਰੈਕਟਰ ਸਾਬਕਾ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਨਿਰੰਜਨ ਸਿੰਘ, ਇਹ ਇੱਕ ਬੈਠਕ ਕਰਦੇ ਆ। ਬਲਕਿ ਉਹਨਾਂ ਨੂੰ ਬੁਲਾਇਆ ਜਾਂਦਾ, ਉਹਨਾਂ ਦਾ, ਨਿਰੰਜਨ ਸਿੰਘ ਹੋਣਾ ਦਾ ਸਹਿਯੋਗ ਮੰਗਿਆ ਜਾਂਦਾ। ਉਹਦੇ ਵਿੱਚ ਉਹ ਦੱਸਦੇ ਆ ਕਿ ਮੈਂ ਤਾਂ 7 ਸਾਲ ਪਹਿਲਾਂ ਇਹਦੇ ਨਾਲ ਜੁੜਿਆ ਸੀ, ਲੇਕਿਨ ਕਿਉਂਕਿ ਸਾਰੇ ਮੈਂ ਜਿਹੜੇ ਡਾਕੂਮੈਂਟਸ ਜਾਂ ਤਾਂ ਹਾਈ ਕੋਰਟ ਦੇ ਵਿੱਚ ਜਮ੍ਹਾਂ ਕਰਵਾਤੇ ਤੇ ਜਾਂ ਜਿਹੜੇ ਆ ਮੈਂ ਆਪਣੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਤੇ, ਮੇਰੇ ਕੋਲ ਕੁਝ ਹੈ ਨਹੀਂ, ਲੇਕਿਨ ਹਾਂ ਮੈਂ ਤੁਹਾਡਾ ਸਹਿਯੋਗ ਪੂਰਾ ਕਰੂੰਗਾ। ਤੇ ਫਿਰ ਉਹ ਯਾਦ ਕਰਦੇ ਆ ਕਿ ਮੈਂ 26 ਦਸੰਬਰ ਸਨ 2014 ਨੂੰ ਬਿਕਰਮ ਸਿੰਘ ਮਜੀਠੀਆ ਨੂੰ ਬੁਲਾਇਆ ਸੀ, ਪੇਸ਼ ਹੋਣ ਲਈ ਕਿਹਾ ਸੀ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਸੀ ਤੇ ਉਹਦੀ ਸਾਰੀ ਉਹਨਾਂ ਨੇ ਰਿਪੋਰਟ ਸਾਂਝੀ ਕੀਤੀ, ਉਹਦੀ ਸਾਰੀ ਜਾਣਕਾਰੀ ਔਰ ਹੋਰ ਵੀ ਜਿਹੜੀਆਂ ਬਹੁਤ। ਔਰ ਰੰਧਾਵਾ ਜੀ, ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਹਜੇ ਵੀ ਕਈ ਤਰ੍ਹਾਂ ਦੇ ਜਿਹੜੇ ਲਿਫਾਫੇ ਨੇ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕੋਲੇ ED ਦੇ ਮਾਰਫਤ ਜਿਹੜੇ ਪੇਸ਼ ਕੀਤੇ ਗਏ ਆ, ਉਹ ਹਜੇ ਖੁੱਲਣੇ ਆ। ਉਹ ਵੀ ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਰਿਪੋਰਟਸ ਨੇ ਜਿਹੜੀਆਂ ਖੁੱਲਣੀਆਂ ਨੇ। ਇਹ ਮੈਂ ਇੱਥੇ ਇੱਕ ਹੋਰ ਵੀ ਜ਼ਿਕਰ ਕਰਦਾ ਕਿ ਕੱਲ ਮੈਂ ਨਵਕੀਰਨ ਸਿੰਘ, ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ, ਜਿਹੜੇ ਇਸ ਮਾਮਲੇ ਨੂੰ ਸਨ 2017 ਦੇ ਵਿੱਚ ਦੁਬਾਰਾ ਲੈ ਕੇ ਗਏ ਸੀ ਕਿ ਇਸ ਡਰੱਗ ਮਾਮਲੇ ਤੇ ਕੁਝ ਹੋ ਰਿਹਾ, ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅਰਜ਼ੀ ਲਾਈ ਸੀ ਕਿ ਇਸ ਤੇ ਕੁਝ ਨਾ ਕੁਝ ਕੀਤਾ ਜਾਵੇ। ਤੀਸਰੇ ਪਾਸੇ ਇੱਕ ਹੋਰ ਚੀਜ਼ ਆਉਂਦੀ, ਕਿਉਂਕਿ ਕਈ ਪਹਿਲੂ ਆਪਾਂ ਨੂੰ ਸਾਰੇ ਹੌਲੀ ਹੌਲੀ ਆਪਾਂ ਖੰਗਾਲਾਂਗੇ। ਤੀਸਰਾ ਜਿਹੜਾ ਪਹਿਲੂ ਆਉਂਦਾ, ਇੱਕ ਹੋਰ FIR ਦਾ ਮਸਲਾ ਉਹ ਆਉਂਦਾ, ਕਿਉਂਕਿ ਇੱਕ ਦੋ ਪੈਰਿਆਂ ਦੇ ਵਿੱਚ ਜ਼ਿਕਰ ਇਹ ਹੁੰਦਾ ਕਿ ਇਹ ਜਿਹੜਾ ਡਰੱਗ ਮਾਫੀਆ ਜਾਂ ਡਰੱਗ ਦੀ ਸਮਗਲਿੰਗ ਸੀ, ਇਹ ਕਿਤੇ ਨਾ ਕਿਤੇ ਰੇਤ ਮਾਫੀਆ ਦੇ ਨਾਲ ਜੁੜੀ ਹੋਈ ਸੀ, ਰੇਤ ਦੀ ਸਮਗਲਿੰਗ ਦੇ ਨਾਲ ਜੁੜੀ ਸੀ, ਰੇਤ ਦੇ ਕਾਰੋਬਾਰ ਦੇ ਨਾਲ ਜੁੜੀ ਸੀ। ਦਰਅਸਲ ਇਹਦੇ ਵਿੱਚ ਇਹ ਦੋਸ਼ ਲਾਇਆ ਗਿਆ ਕਿ ਜਿਹੜਾ ਡਰੱਗ ਮਨੀ ਆਉਂਦਾ ਸੀ ਸਮਗਲਿੰਗ ਤੋਂ, ਉਹਨੂੰ ਰੇਤ ਦੇ ਜ਼ਰੀਏ ਲੁਕੋਇਆ ਜਾਂਦਾ ਸੀ। ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਇਹ ਤਾਂ ਰੇਤ ਦੇ ਵਿੱਚੋਂ ਕਮਾਇਆ ਹੋਇਆ ਪੈਸਾ। ਹੁਣ ਇਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਦਾ, ਕਈ ਤਰ੍ਹਾਂ ਦੇ ਕਥਿਤ ਤੌਰ ਤੇ ਦੋਸ਼ ਲੱਗੇ ਆ, ਉਹਨਾਂ ਦੋਸ਼ਾਂ ਨੂੰ ਵੀ ਆਪਾਂ ਥੋੜਾ ਜਿਹਾ ਦੇਖ ਲਈਏ। ਇੱਕ ਪਾਸੇ ਤਾਂ ਇਹ ਗੱਲ ਕਹੀ ਗਈ ਕਿ ਬਿਕਰਮ ਸਿੰਘ ਮਜੀਠੀਆ ਜਾਂ ਬਿੱਟੂ ਔਲਖ ਕਥਿਤ ਤੌਰ ਤੇ ਇਹ ਕਿਉਂਕਿ ਇਹ ਹਿੱਸਾ FIR ਦਾ ਸੈਂਡ ਮਾਫੀਆ ਦੇ ਵਿੱਚ ਜਾਂ ਸੈਂਡ ਦੇ ਇਸ ਧੰਦੇ ਦੇ ਵਿੱਚ ਉਹ ਸ਼ਾਮਿਲ ਸੀ। ਦੂਸਰੇ ਪਾਸੇ ਜਗਜੀਤ ਸਿੰਘ ਜਿਹੜੇ ਚਹਿਲ ਨੇ, ਉਹਨਾਂ ਦੀ ਵੀ ਸਟੇਟਮੈਂਟ ਆ, ਉਹ ਕਹਿੰਦੇ ਆ ਕਿ ਨਹੀਂ, ਇਹਦੇ ਵਿੱਚ ਬਿੱਟੂ ਔਲਖ ਤੇ ਨਾਲ ਇੱਕ ਅਮਰਪਾਲ ਸਿੰਘ ਅਜਨਾਲਾ ਉਹ ਸ਼ਾਮਿਲ ਆ। ਜਦੋਂ ਬਿੱਟੂ ਔਲਖ ਤੋਂ ਪੁੱਛਦੇ ਆ, ਬਿੱਟੂ ਔਲਖ ਕਹਿੰਦੇ ਆ ਕਿ ਨਹੀਂ, ਇਹਦੇ ਵਿੱਚ ਪਾਰਟਨਰਸ਼ਿਪ ਆ ਕਥਿਤ ਤੌਰ ਤੇ। ਫਿਰ ਮੈਂ ਕਹਿੰਦਾ ਬਿਕਰਮ ਸਿੰਘ ਮਜੀਠੀਆ ਤੇ ਕੰਵਰਜੀਤ ਸਿੰਘ, ਜਿਨ੍ਹਾਂ ਨੂੰ ਜਿਹੜੇ ਮੁਕਤਸਰ ਤੋਂ ਨੇ, ਜਿਨ੍ਹਾਂ ਨੂੰ ਰੋਜ਼ੀ ਬਰਕੰਡੀ ਦੇ ਨਾਮ ਨਾਲ ਵੀ ਆਪਾਂ ਜਾਣਦੇ ਆ, ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵੀ ਨੇ। ਇਸ ਤਰ੍ਹਾਂ ਦੇ ਇਹ ਸਾਰੇ ਐਲੀਗੇਸ਼ਨਸ ਨੇ, ਦੋਸ਼ ਨੇ। ਇਹਨਾਂ ਦੀ ਜਿਹੜੀ ਜਾਂਚ ਆ, ਹੁਣ ਜਿਹੜੀ ਇਹ SIT ਆ, ਉਹ ਸਾਰੀ ਚੀਜ਼ ਦੀ ਜਾਂਚ ਕਰਨਾ ਚਾਹੁੰਦਾ ਕਿ ਜਿਹੜੀ ਟ੍ਰਾਂਜੈਕਸ਼ਨਸ ਹੁੰਦੀਆਂ ਸੀ, ਮਨੀ ਹੁੰਦੀ ਸੀ, ਰੇਤ ਹੁੰਦਾ ਸੀ, ਉਸ ਦੇ ਆੜ ਦੇ ਵਿੱਚ ਇਹ ਜਿਹੜਾ ਡਰੱਗ ਮਨੀ ਆ ਉਹਨੂੰ ਵਰਤਿਆ ਜਾਂਦਾ ਸੀ। ਇਹ ਗੱਲ ਕਹੀ ਗਈ ਹੈ। ਇਹ ਸਾਰੇ ਹਜੇ ਦੋਸ਼ ਆ। ਇੱਕ ਜਿਹੜਾ ਹੋਰ ਪਹਿਲੂ ਇਹਦੇ ਚ, ਹਾਂ, ਇਹ ਤੁਸੀਂ ਉਹ ਪਹਿਲੂ ਜ਼ਰੂਰ ਯਾਦ ਕਰਕੇ ਰੱਖਿਓ। ਇੱਕ ਇਹ ਕਿ ਕਾਰੋਬਾਰ, ਉਹ ਭਾਵੇਂ ਮਜੀਠੀਆ ਦੇ ਹੋਣ, ਉਹਦੇ ਪਰਿਵਾਰ ਨਾਲ ਸੰਬੰਧਿਤ ਹੋਣ, ਉਹਦੀ ਜਾਂਚ ਦੀ ਗੱਲ ਵੀ ਇੱਥੇ ਹੋਈ ਆ। ਵੱਡੀ ਅਖਬਾਰ ਸਮੂਹ ਦੀ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ, ਅੰਗਰੇਜ਼ੀ ਟ੍ਰਿਬਿਊਨ ਦੇ ਵਿੱਚ ਇਹ ਲਿਖਿਆ ਗਿਆ ਕਿ ਉਹਨਾਂ ਦੇ ਰਿਸ਼ਤੇਦਾਰਾਂ ਦੇ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਕਾਰੋਬਾਰਾਂ ਦੀ ਜਾਂਚ ਦੀ ਗੱਲ ਹੋਈ ਆ। ਔਰ ਜਿਨ੍ਹਾਂ ਲੋਕਾਂ ਦਾ ਨਾਂ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬਿੱਟੂ ਔਲਖ ਨੇ ਨਾਂ ਲਿਆ ਕਿ ਕੌਣ ਰੇਤੇ ਦੇ ਕਾਰੋਬਾਰ 'ਚ ਸ਼ਾਮਲ ਸੀਗੇ, ਉਹਨਾਂ ਦੀ ਜਾਂਚ, ਕੁਝ ਅਕਾਲੀ ਆਗੂ ਹੋਰ, ਉਹਨਾਂ ਦੀ ਜਾਂਚ ਕਰਨ ਦੀ ਗੱਲ ਹੋ ਰਹੀ ਹੈ। ਇਹਨੂੰ ਜ਼ਰੂਰ ਅੱਗੇ ਵਧਾ ਦਿਓ, ਜਿਹੜਾ ਪਹਿਲੋਂ ਤੁਸੀਂ ਦੱਸਣ ਲੱਗੇ ਸੀ ਉਹਦੇ ਨਾਲ ਜੀ। ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਠੀਕ ਆ, ਕਿਉਂਕਿ ਉਹ ਸਾਰੇ ਵਿਅਕਤੀ ਇਹ ਨਾ ਸਮਝਣ ਕਿ ਜਿਹੜੇ ਪਹਿਲੇ ਵਿਅਕਤੀ ਜਿਨ੍ਹਾਂ ਦੀ ਪੁੱਛਗਿੱਛ ਹੋ ਚੁੱਕੀ ਆ, ਉਹਨਾਂ ਨੂੰ ਵੀ ਹੁਣ ਦੁਬਾਰਾ ਬੁਲਾਉਣ ਦੀਆਂ ਤਿਆਰੀਆਂ ਨੇ। ਉਹਨਾਂ ਸਾਰੇ ਸਗੇ ਸੰਬੰਧੀਆਂ ਨੂੰ, ਉਹਨਾਂ ਸਾਰੇ ਰਿਸ਼ਤੇਦਾਰਾਂ ਨੂੰ, ਉਹਨਾਂ ਸਾਰੇ ਦੋਸਤਾਂ ਮਿੱਤਰਾਂ ਨੂੰ ਜਾਂ ਨੇੜਲੇ ਵਿਅਕਤੀਆਂ ਨੂੰ ਵੀ ਬੁਲਾਉਣ ਦੀ ਪੂਰੀ ਸੰਭਾਵਨਾ, ਔਰ ਪਰਿਵਾਰ ਦੇ ਮੈਂਬਰਾਂ ਨੂੰ ਵੀ ਬੁਲਾਉਣ ਦੀ ਪੂਰੀ ਸੰਭਾਵਨਾ।
ਕਿਉਂਕਿ ਮੈਂ ਥੋੜਾ ਜਿਹਾ ਦੱਸਦਾ, ਜੇ ਪੰਜਾਬ ਤੋਂ ਬਾਹਰ ਜਾਈਏ, ਜਦੋਂ ਵੀ ਤੁਸੀਂ ਡਰੱਗ ਦੇ ਮਾਮਲੇ, ਕਿਉਂਕਿ ਰੀਸੈਂਟਲੀ ਲੋਕਾਂ ਨੇ ਟੈਲੀਵਿਜ਼ਨ ਦੇ ਉੱਤੇ ਬਹੁਤ ਸਾਰੇ ਇਹ ਮਾਮਲੇ ਦੇਖੇ ਹੋਣੇ ਆ, ਖਾਸ ਤੌਰ ਤੇ ਆਰਿਨ ਖਾਨ ਨੂੰ ਲੈ ਕੇ ਤੇ ਰੀਆ ਚੱਕਰਵਰਤੀ ਨੂੰ ਲੈ ਕੇ। ਉਹਨਾਂ ਦੁਆਰਾ ਉਸ ਮਾਮਲੇ ਦੇ ਵਿੱਚ ਐਨਸੀਬੀ, ਜਿਹੜਾ ਨਾਰਕੋਟਿਕ ਕੰਟਰੋਲ ਬਿਊਰੋ, ਉਹਨਾਂ ਨੇ ਸਾਰੇ ਦੇ ਸਾਰੇ ਮੈਂਬਰ ਬੁਲਾਏ ਸੀ। ਹੁਣ ਵਾਪਸ ਆਉਣੇ ਆਪਾਂ ਇੱਥੇ, ਜਦੋਂ ਇਹ ਤਾਂ ਬੁਲਾਉਣਗੇ, ਕੱਲ ਤੋਂ ਤੁਸੀਂ ਆਪ ਹੀ ਜ਼ਿਕਰ ਕਰਤਾ ਰੰਧਾਵਾ ਜੀ ਕਿ ਜਿਹੜੀ ਯੂਨੀਅਨ ਹੋਮ ਮਿਨਿਸਟਰੀ ਆ, ਕੇਂਦਰ ਦੀ ਹੋਮ ਮਿਨਿਸਟਰੀ ਨੇ ਲੁੱਕ ਆਊਟ ਨੋਟਿਸ ਪੰਜਾਬ ਸਰਕਾਰ ਦੇ ਕਹਿਣ ਉੱਤੇ ਦੇ ਦਿੱਤਾ ਹੈ। ਇਹਦਾ ਮਤਲਬ, ਲੁੱਕ ਆਊਟ ਨੋਟਿਸ ਦਾ ਮਤਲਬ ਹੁੰਦਾ ਕਿ ਉਹਨਾਂ ਨੂੰ ਡਰ ਆ ਕਿ ਕਿਤੇ ਬਿਕਰਮ ਸਿੰਘ ਮਜੀਠੀਆ ਇਸ ਮੁਲਕ ਨੂੰ ਛੱਡ ਕੇ ਚਲੇ ਨਾ ਜਾਣ। ਲੁੱਕ ਆਊਟ ਨੋਟਿਸ ਦਾ ਮਤਲਬ ਹੁੰਦਾ ਸਾਰੇ 에ਅਰਪੋਰਟਸ ਤੇ, ਉਹਨਾਂ ਸਾਰੇ ਸਥਾਨਾਂ ਤੇ ਪੂਰੀ ਚੌਕਸੀ ਵਧਾ ਦਿੱਤੀ ਜਾਂਦੀ ਆ, ਤੇ ਪੰਜਾਬ ਪੁਲਿਸ ਦਾ ਉਹਦੇ ਚ ਪੂਰਾ ਐਕਟਿਵ ਰੋਲ ਰਹਿੰਦਾ ਕਿ ਤੁਸੀਂ ਆ ਕੇ ਦੱਸੋ ਸਾਨੂੰ ਕਿਹੜੇ ਕਿਹੜੇ ਰਾਸਤੇ ਤੋਂ ਉਹਨਾਂ ਦੇ ਬਾਹਰ ਜਾਣ ਦੀ ਜਾਂ ਇੱਥੋਂ ਜਾਣ ਦੀ ਪੂਰੀ ਉਮੀਦ ਹੋ ਸਕਦੀ ਹੈ ਜਾਂ ਸੰਭਾਵਨਾ। ਲੇਕਿਨ ਇੱਕ ਹੋਰ ਪਹਿਲੂ ਆ, ਪਰਮਬੰਸ ਸਿੰਘ ਬੰਟੀ ਰੁਮਾਣਾ ਕੱਲ ਪ੍ਰੈਸ ਕਾਨਫਰੰਸ ਕਰਦੇ ਹੋ, ਕਹਿੰਦੇ ਕਿਹੜੀਆਂ ਗੱਲਾਂ ਕਰਦੇ ਹੋ, ਉਹ ਤਾਂ ਆਪਣੀ ਕਨਸਟੀਟੂਐਂਸੀ ਚ ਆ। ਲੇਕਿਨ ਜਦੋਂ ਉਹਨਾਂ ਨੂੰ ਪੱਤਰਕਾਰ ਪੁੱਛਦੇ ਆ ਕਿ ਤੁਸੀਂ ਦੱਸੋ ਉਹ ਆਪ ਆ ਕੇ ਸਰੈਂਡਰ ਕਿਉਂ ਨਹੀਂ ਕਰ ਦਿੰਦੇ, ਆਪ ਆ ਕੇ ਪੇਸ਼ ਕਿਉਂ ਨਹੀਂ ਹੁੰਦੇ, ਤਾਂ ਉਹ ਕੋਈ ਬਹੁਤ ਜ਼ਿਆਦਾ ਪੁਖਤਾ ਜਵਾਬ ਨਹੀਂ ਦਿੰਦੇ। ਕਿਉਂਕਿ ਤੁਸੀਂ ਇੱਕ ਚੀਜ਼ ਦੇਖੋ, ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦਾ ਪੂਰਾ ਪਤਾ ਸੀ, ਉਹ ਲਗਾਤਾਰ ਪ੍ਰੈਸ ਕਾਨਫਰੰਸਿਸ ਕਰ ਰਹੇ ਸੀ, ਲਗਾਤਾਰ ਆ ਕੇ ਬਿਆਨਬਾਜ਼ੀਆਂ ਕਰ ਰਹੇ ਸੀ ਕਿ ਸਾਨੂੰ ਖਦਸ਼ਾ, ਸਾਨੂੰ ਡਰ ਆ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕਿਸੇ ਤਰ੍ਹਾਂ ਦੀ ਸਾਜ਼ਿਸ਼ ਕਰ ਰਹੀ ਆ, ਸਾਨੂੰ ਫੜਨ ਦੀਆਂ ਤਿਆਰੀਆਂ ਕਰ ਰਹੀਆਂ, ਪਰ ਅਸੀਂ ਡਰਦੇ ਨਹੀਂ ਆ, ਅਸੀਂ ਅੱਗੇ ਹੋ ਕੇ ਸਾਹਮਣਾ ਕਰਾਂਗੇ, ਅਸੀਂ ਸਰੈਂਡਰ ਕਰਾਂਗੇ। ਲੇਕਿਨ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦੀ FIR ਆਈ ਆ, ਜਿਸ ਤਰ੍ਹਾਂ ਦੇ ਉਹ ਚ ਸੈਕਸ਼ਨਸ ਲੱਗੇ ਆ, ਧਾਰਾਵਾਂ ਲੱਗੀਆਂ, ਕਿਤੇ ਨਾ ਕਿਤੇ ਅਕਾਲੀ ਨੇਤਾਵਾਂ ਦਾ ਡਰ ਵੱਧ ਗਿਆ। ਉਹਨੂੰ ਲੱਗਦਾ ਕਿ ਇੰਨਾ ਸੌਖਾ ਮਾਮਲਾ ਨਹੀਂ ਹੈ, ਜਿਵੇਂ ਕਿ ਤੁਸੀਂ ਵੀ ਆਪਣੇ ਸ਼ਬਦਾਂ ਦੇ ਵਿੱਚ ਕਿਹਾ, ਇਹ ਮਾਮਲਾ ਹੁਣ ਪਚੀਦਾ ਹੋ ਗਿਆ, ਇਹਦੀ ਜਿਹੜੀ ਜਾਂਚ ਆ ਉਹ ਬਹੁਤ ਅੱਗੇ ਤੱਕ ਚੱਲੂਗੀ, ਇਹ ਇੰਨੀ ਸੌਖੀ ਜਾਨ ਛੁੱਟਣੀ ਹੈ ਨਹੀਂ। ਜੀ ਰੰਧਾਵਾ ਜੀ, ਦੇਖੋ, ਜਦੋਂ ਲੁੱਕ ਆਊਟਸ ਨੋਟਿਸ ਦੀ ਗੱਲ ਕਰਦੇ ਹੋ ਤਾਂ ਨਾਲ ਤੁਹਾਨੂੰ ਗਜਿੰਦਰ ਸਿੰਘ ਸ਼ੇਖਾਵਤ, ਜਿਹੜੇ ਕਿ ਯੂਨੀਅਨ ਮਿਨਿਸਟਰ ਨੇ ਔਰ ਪੰਜਾਬ ਦੇ ਵਿੱਚ ਚੋਣ ਇੰਚਾਰਜ ਨੇ, ਉਹਨਾਂ ਦੇ ਉਸ ਬਿਆਨ ਨੂੰ ਨੀਝ ਨਾਲ ਵੇਖਣਾ ਪਊਗਾ। ਉਹਨਾਂ ਦੇ ਐਨ ਬਗਲ 'ਚ ਮਨਜਿੰਦਰ ਸਿੰਘ ਸਿਰਸਾ ਖੜਿਆ, ਜਿਹੜੇ ਕਦੇ ਬਿਕਰਮ ਸਿੰਘ ਮਜੀਠੀਆ ਦੇ ਬਹੁਤ ਕਰੀਬੀ ਸੀ, ਇੱਕ ਤਰ੍ਹਾਂ ਨਾਲ ਅਕਾਲੀ ਦਲ ਦੀ ਨਵੀਂ ਪੀੜ੍ਹੀ ਦੀ ਉਹ ਪੈਦਾਵਾਰ ਨੇ, ਉਹ ਵੀ ਕੋਲ ਖੜੇ ਸੀ ਔਰ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਸੀਗੀ ਉਸ ਵੇਲੇ। ਜਿਹੜਾ ਗਜਿੰਦਰ ਸਿੰਘ ਸ਼ੇਖਾਵਤ ਦਾ ਇਹ ਸਟੇਟਮੈਂਟ ਕਿ ਜਦੋਂ ਵੀ ਅਸੀਂ ਪੰਜਾਬ 'ਚ ਜਾਂਦੇ ਹਾਂ ਤਾਂ ਜਦੋਂ ਨਸ਼ੇ ਦਾ ਨਾਂ ਆਉਂਦਾ ਸੀ, ਅਸੀਂ ਇਹੀ ਨਾਂ ਸੁਣਦੇ ਰਹੇ ਹਾਂ, ਉਹ ਇਹ ਕਹਿੰਦੇ ਕਿ ਇਹ ਵੀ ਨਾਂ ਇੱਕ ਬ੍ਰਾਂਡ ਵਰਗਾ ਬਣ ਗਿਆ ਸੀ ਨਸ਼ੇ ਦੇ ਮਾਮਲੇ 'ਚ। ਸੋ ਮੈਨੂੰ ਲੱਗਦਾ ਕਿ ਕੇਂਦਰ ਦੀ ਇਹ ਬਦਲੀ ਹੋਈ ਅਪਰੋਚ ਨੇ ਬਿਕਰਮ ਸਿੰਘ ਮਜੀਠੀਆ ਔਰ ਅਕਾਲੀ ਦਲ ਦੀਆਂ ਮੁਸ਼ਕਲਾਂ 'ਚ ਵਾਧਾ ਕਰਤਾ। ਹੋ ਸਕਦਾ ਹੈ ਕਿ ਕੋਈ ਕੇਂਦਰੀ ਏਜੰਸੀ ਵੀ ਇਹਦੇ ਵਿੱਚ ਟ੍ਰਾਂਜੈਕਸ਼ਨਸ ਨੂੰ ਲੈ ਕੇ ਜਾਂ ਰੁਕੀ ਹੋਈ ਜਾਂਚ ਨੂੰ ਅੱਗੇ ਵਧਾ ਦੇਵੇ। ਇਹ ਗੱਲ ਹੋਰ ਅਹਿਮ ਆ ਕਿ ਜੇਕਰ ਮੰਨ ਲਓ ਇਸ ਕੇਸ ਨੇ ਵਿਸਥਾਰ ਲੈ ਲਿਆ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਕੋਹਰਾਮ ਹੋਰ ਮਚੂਗਾ। ਏਡਾ ਆਸਾਨ ਨਹੀਂ ਹੋਣ ਵਾਲਾ। ਸ਼ਾਇਦ ਹੁਣ ਧਰਨਿਆਂ ਨਾਲ ਕੰਮ ਨਾ ਚੱਲੇ, ਹੁਣ ਜਮਾ ਘਟਾਓ ਹਿਸਾਬ ਕਿਤਾਬ ਦੇਣੇ ਪੈ ਸਕਦੇ ਆ ਕਿ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਸਿਆਸਤਦਾਨਾਂ ਦੇ ਕਾਰੋਬਾਰ ਕਿਵੇਂ ਵਧੇ। ਜ਼ਰੂਰ ਤੁਸੀਂ ਕੁਝ ਕਹਿ ਰਹੇ ਹੋ। ਦੇਖੋ, ਇੱਕ ਤਾਂ ਬਿਲਕੁਲ ਤੁਹਾਡੀ ਗੱਲ ਠੀਕ ਆ ਔਰ ਦਰੁਸਤ ਆ। ਕੱਲ ਤੋਂ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਆ, ED ਆ, ਉਹ ਹਰਕਤ 'ਚ ਆ ਗਈ ਆ। ਉਹਨੇ ਪ੍ਰਾਪਰਟੀਆਂ ਜਿਹੜੀਆਂ ਹੈ ਕੁਝ ਇਹਨਾਂ ਵਿਅਕਤੀਆਂ ਦੇ ਜਿਨ੍ਹਾਂ ਤੇ ਦੋਸ਼ ਲੱਗਿਆ, ਉਹਨਾਂ ਦੀਆਂ ਜ਼ਬਤ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਨਾਮ ਬਿੱਟੂ ਔਲਖ ਦਾ ਵੀ ਆਉਂਦਾ। ਦੂਸਰੀ ਗੱਲ ਰੰਧਾਵਾ ਜੀ, ਇੱਕ ਮੈਂ ਦੱਸਦਾ ਕਿ ਜਗਦੀਸ਼ ਭੋਲਾ, ਜਿਹੜੇ ਸਾਬਕਾ DSP, ਰੈਸਲਰ, ਸਪੋਰਟਸਮੈਨ ਪੰਜਾਬ ਪੁਲਿਸ ਦੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਚਿੰਗਾਰੀ ਲਾਈ ਸੀ 6 ਜਨਵਰੀ ਸਨ 2014 ਨੂੰ ਮੋਹਾਲੀ ਕੋਰਟ ਦੇ ਬਾਹਰ, ਉਹਨਾਂ ਦੀ ਕੱਲ ਅਦਾਲਤ ਦੇ ਵਿੱਚ, ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਲੱਗੀ ਆ। ਇਹ ਵੀ ਬੜੀ ਕਮਾਲ ਦੀ ਗੱਲ ਆ। ਉੱਥੇ ਜਸਟਿਸ AJ ਮਸੀਹ ਤੇ ਜਸਟਿਸ ਜਿਹੜੇ ਮੌਡਗਿਲ ਸਾਹਿਬ ਆ, ਉਹਨਾਂ ਨੇ ਉਹਨਾਂ ਦੀ ਅਰਜ਼ੀ ਸੁਣੀ ਤੇ ਜਿਹੜਾ ਫੈਸਲਾ ਉਹ ਰਾਖਵਾਂ ਰੱਖ ਲਿਆ। 24 ਸਾਲ ਦੀ ਇਹਨਾਂ ਨੂੰ ਕੈਦ ਹੋਈ ਆ ਤੇ ਉਹ ਕਹਿੰਦੇ 6 ਸਾਲ ਤੋਂ ਵੱਧ ਮੈਂ ਕੈਦ ਕੱਟ ਲਈ ਆ। ਮੇਰੇ ਬਾਕੀ ਸਾਰੇ ਜਿਹੜੇ ਮੇਰੇ ਨਾਲ ਦੇ ਮੁਲਜ਼ਮ ਸੀ, ਉਹਨਾਂ ਨੂੰ ਆਲਰੇਡੀ ਜ਼ਮਾਨਤ ਮਿਲ ਗਈ, ਸੋ ਮੈਂ ਵੀ ਜ਼ਮਾਨਤ ਦਾ ਹੱਕਦਾਰ ਆ। ਹੁਣ ਤੁਸੀਂ ਦੇਖੋ, ਇਹਨਾਂ ਨੂੰ ਵੀ ਬੁਲਾਇਆ ਜਾਏਗਾ, ਉਹਨਾਂ ਸਾਰੇ ਵਿਅਕਤੀਆਂ ਨੂੰ ਜਿਨ੍ਹਾਂ ਨੂੰ ਜ਼ਮਾਨਤਾਂ ਮਿਲ ਗਈਆਂ, ਉਹਨਾਂ ਨੂੰ ਵੀ ਬੁਲਾਇਆ ਜਾਏਗਾ। ਸੋ ਕਹਿਣ ਦਾ ਮਤਲਬ ਆ ਕਿ ਇਹਦਾ ਜਿਹੜਾ ਦਾਇਰਾ, ਇਹਦਾ ਸਕੋਪ ਆ ਇਸ ਜਾਂਚ ਦਾ, ਉਹ ਬਹੁਤ ਵੱਡਾ ਹੋਣ ਵਾਲਾ। ਜੀ ਰੰਧਾਵਾ ਜੀ, ਇਹਦੇ ਚ ਮਨਪ੍ਰੀਤ ਇਹ ਵੀ ਦਿਲਚਸਪ ਆ ਕਿ ਭਾਵੇਂ ਇਸ ਕੇਸ 'ਚ ਜ਼ਮਾਨਤ ਮਿਲ ਜਾਏ ਬਿਕਰਮ ਸਿੰਘ ਨੂੰ, ਲੇਕਿਨ ਕੇਸ ਦੀ ਇਨਵੈਸਟੀਗੇਸ਼ਨ ਜਾਂ ਇਹਦੀ ਜਾਂਚ ਇਸ ਪੱਧਰ ਤੇ ਅੱਗੇ ਵੱਧ ਸਕਦੀ ਆ ਜਿੰਨਾ ਉਹਦਾ ਘੇਰਾ ਵਸੀ ਕਰ ਲਿਆ ਗਿਆ, ਜਿੰਨਾ ਉਹਦੇ ਪਹਿਲੂ ਵਿੱਚ ਰੱਖ ਲਏ ਗਏ ਆ। ਮੈਨੂੰ ਲੱਗਦਾ ਇਹ ਜਾਨ ਨਹੀਂ ਛੁੱਟਣੀ। ਦੇਖੋ, ਜ਼ਮਾਨਤ ਇੱਕ ਵੱਖਰਾ ਪਹਿਲੂ ਆ, ਬੰਦਾ ਹਿਰਾਸਤੀ ਪੁੱਛਗਿੱਛ ਲਈ ਲਿਆ ਜਾਂਦਾ ਹਿਰਾਸਤ ਵਿੱਚ ਕਿ ਨਹੀਂ, ਇਹ ਗੱਲ ਵੱਖਰੀ ਆ। ਲੇਕਿਨ ਸੌਖਿਆਂ ਸਿਆਸਤ ਕਰਨੀ,
ਟਫ ਹੋਊਗੀ, ਤੱਥ ਸਾਹਮਣੇ ਆਉਂਦੇ ਰਹਿਣਗੇ। ਉਹ ਕਹਿੰਦੇ ਹੁੰਦੇ ਨਾ ਕਿ 10 ਦਿਨ ਪਹਿਲਾਂ ਜੇਬ ਚੋਂ ਕੀਤੇ ਖਰਚ ਜਿਹਦਾ ਹਿਸਾਬ ਨਾ ਰੱਖਿਆ ਹੋਵੇ, 10 ਦਿਨ ਬਾਅਦ ਉਹਨੂੰ ਯਾਦ ਕਰਨਾ ਔਖਾ ਹੋ ਜਾਂਦਾ। ਤੇ ਜੇਕਰ ਇਹ ਗੱਲ ਅੱਗੇ ਵੱਧ ਗਈ ਤੇ ਫਿਰ ਇਹ ਟਫ ਹੋਊਗਾ। ਇਹਦੇ ਤੇ ਤੁਹਾਡੀ ਟਿੱਪਣੀ, ਅੱਗੇ ਚੱਲਦੇ। ਬਿਲਕੁਲ ਤੁਹਾਡੀ ਗੱਲ ਠੀਕ ਆ, ਕਿਉਂਕਿ ਇੰਨਾ ਸੌਖਾ ਨਹੀਂ ਹੋਣਾ। ਔਰ ਵੈਸੇ ਵੀ ਜਿਹੜੇ ਐਨਡੀਪੀਐਸ ਐਕਟ ਦੇ ਮਾਮਲੇ ਹੁੰਦੇ ਆ, ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ, ਇਹ ਜਿਹੜੀਆਂ ਧਾਰਾਵਾਂ ਲੱਗਦੀਆਂ, ਇਹ ਵਾਕਿਆ ਇੰਨੀ ਜਲਦੀ ਨਿਬੜਦੇ ਨਹੀਂ। ਜ਼ਮਾਨਤਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡਾ ਇਕੁਇਟਲ ਹੋ ਗਿਆ ਜਾਂ ਤੁਹਾਨੂੰ ਉਹਨਾਂ ਨੇ ਛੱਡਤਾ ਬਾਇਜ਼ਤ। ਜ਼ਮਾਨਤ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਜਾ ਸਕਦੇ ਹੋ, ਆਪਣੇ ਕੰਮਕਾਰ ਕਰ ਸਕਦੇ, ਜਦੋਂ ਵੀ ਲੋੜ ਪਏਗੀ ਜਾਂਚ ਏਜੰਸੀ ਨੂੰ ਤੁਹਾਨੂੰ ਬੁਲਾਇਆ ਜਾ ਸਕਦਾ ਪੁੱਛਗਿੱਛ ਲਈ, ਲੇਕਿਨ ਤੁਸੀਂ ਵਿਦੇਸ਼ ਨਹੀਂ ਜਾ ਸਕਦੇ ਜਾਂ ਆਪਣਾ ਮੁਲਕ ਨਹੀਂ ਛੱਡ ਸਕਦੇ। ਜਦੋਂ ਜਦੋਂ ਲੋੜ ਪਊਗੀ ਤੁਹਾਨੂੰ ਬੁਲਾਇਆ ਜ਼ਰੂਰ ਜਾਏਗਾ। ਸੋ ਕਹਿਣ ਦਾ ਮਤਲਬ ਆ ਕਿ ਇਹਦੀ ਜਾਂਚ ਲੰਬੀ ਚੱਲਣ ਵਾਲੀ ਆ, ਔਰ ਇਸ ਤੇ ਜਿਹੜੀ ਸਿਆਸਤ ਆ ਉਹ ਵੀ ਬਹੁਤ ਭਖਣ ਵਾਲੀ ਆ। ਉਹ ਆਪਾਂ ਨੂੰ ਸਾਰਿਆਂ ਨੂੰ ਪਤਾ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ। ਇਹਦੀ ਗੱਲ ਆਪਾਂ ਅੱਗੇ ਕਰਾਂਗੇ। ਅੱਜ ਕੋਰ ਕਮੇਟੀ ਦੀ ਮੀਟਿੰਗ ਵੀ ਸ਼੍ਰੋਮਣੀ ਅਕਾਲੀ ਦਲ ਨੇ ਸੱਦ ਲਿਆ, ਔਰ ਐਮਰਜੈਂਸੀ ਮੀਟਿੰਗ ਉਹਨਾਂ ਨੇ ਕਿਹਾ। ਇਹਦੇ ਵਿੱਚ ਕੀ ਫੈਸਲੇ ਲੈਂਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਉਹ ਧਰਨੇ ਕਿੰਨੇ ਲਾਉਂਦੇ ਆ। ਹਾਲਾਂਕਿ ਉਹਨਾਂ ਨੇ ਆਪਣੇ ਧਰਨੇ ਹੁਣ ਥੋੜੀ ਦੇਰ ਲਈ ਸਥਗਿਤ ਕਰਦੇ ਆ। ਖੈਰ, ਇਹ ਗੱਲ ਆਪਾਂ ਬਾਅਦ ਚ ਕਰਦੇ ਆ। ਜੀ ਰੰਧਾਵਾ ਜੀ। ਬਿਲਕੁਲ। ਔਰ ਜਿਹੜੀ ਤੁਸੀਂ ਕੋਰ ਕਮੇਟੀ ਦੀ ਮੀਟਿੰਗ ਕਹਿ ਰਹੇ ਹੋ, ਉਹਦੇ ਨਾਲ ਨਾਲ ਇੱਕ 11 ਵਜੇ ਪ੍ਰੈਸ ਕਾਨਫਰੰਸ ਕਾਲ ਕੀਤੀ ਗਈ ਆ, ਜਿਹਦੇ ਵਿੱਚ ਮਾਝੇ ਦੇ ਪੁਰਾਣੇ ਟਕਸਾਲੀ ਧਾਕੜ ਰਣਜੀਤ ਸਿੰਘ ਬ੍ਰਹਮਪੁਰਾ ਦੇ ਸ਼ਾਮਲ ਹੋਣ ਦੀ ਸੂਚਨਾ ਹੈ। ਔਰ ਇਹ ਵੀ ਮੈਂ ਦੱਸ ਦਵਾਂ, ਇਹ ਵੀ ਦਿਲਚਸਪ ਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਗੱਲਬਾਤ ਕਾਫੀ ਦੇਰ ਤੋਂ ਚੱਲ ਰਹੀ ਸੀਗੀ। ਮੈਨੂੰ ਲੱਗਦਾ ਕਿ ਸ਼ਾਇਦ ਸੁਖਦੇਵ ਸਿੰਘ ਢੀਂਡਸਾ ਵੀ ਇਹ ਚਾਹ ਰਹੇ ਸੀ ਕਿ ਬ੍ਰਹਮਪੁਰਾ ਆਪਣੇ ਆਪ ਹੀ ਕੋਈ ਸਥਾਨ ਲੈ ਲੈਣ, ਕਿਉਂਕਿ ਉਹਨਾਂ ਦੀਆਂ ਜਿੰਨੀਆਂ ਵੀ ਸੰਯੁਕਤ ਅਕਾਲੀ ਦਲ ਦੀਆਂ ਮੀਟਿੰਗਸ ਹੁੰਦੀਆਂ ਸੀ, ਉਹਦੇ ਵਿੱਚ ਕੋਈ ਵੀ ਉਹਨਾਂ ਦਾ ਪੈਂਤੜਾ ਅਖਤਿਆਰ ਕਰਨਾ ਔਖਾ ਹੋ ਰਿਹਾ ਸੀ। ਬ੍ਰਹਮਪੁਰਾ ਵੀਟੋ ਕਰਦੇ ਜਾਂਦੇ ਸੀ। ਉਹਨਾਂ ਦੀ ਇੱਕ ਜਿਹੜੀ ਟੀਮ ਸੀਗੀ, ਬ੍ਰਹਮਪੁਰਾ ਦੇ ਸਾਥੀ ਸੀਗੇ, ਉਹ ਕਿਸੇ ਵੀ ਫੈਸਲੇ ਤੇ ਅਪਣ ਲੱਗਿਆ ਕੋਈ ਨਾ ਕੋਈ ਆਪਣਾ ਵੱਖਰਾ ਰਾਹ ਅਖਤਿਆਰ ਕਰਦੇ ਸੀ। ਢੀਂਡਸਾ ਲਈ ਵੀ ਅੱਜ ਸਾਹ ਸੌਖਾ ਹੋਣ ਵਾਲਾ, ਤੇ ਬ੍ਰਹਮਪੁਰਾ ਨੂੰ ਵੀ ਪਤਾ ਹੈ ਕਿ ਹੁਣ ਉਹਨਾਂ ਦੀ ਸਿਆਸਤ ਬਹੁਤ ਜ਼ਿਆਦਾ ਨਹੀਂ ਬਚੀ। ਉਹਨਾਂ ਦੇ ਪੁੱਤਰ ਦੀ ਸਿਆਸਤ ਲਈ ਇਹੋ ਰਾਹ ਵਾ, ਜਿਵੇਂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਆਪਣੇ ਪੁੱਤਰ ਦੀ ਸਿਆਸਤ ਸਿੱਧੀ ਕਰਤੀ ਸੀ ਸਮਾਂ ਰਹਿੰਦਿਆਂ, ਢੀਂਡਸਾ ਲਈ ਔਰ ਉਹਨਾਂ ਦੇ ਸਾਥੀਆਂ ਲਈ ਅੱਗੇ ਵਧਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਜੇ ਉਹਨਾਂ ਨੇ ਬਾਦਲ ਦੇ ਸਿਧਾਂਤਕ ਵਿਰੋਧ ਵਿੱਚ ਰਹਿਣਾ ਹੈ ਤੇ ਉਹਨਾਂ ਨੂੰ ਵੱਖਰਾ ਪੈਂਤੜਾ ਅਖਤਿਆਰ ਕਰਨਾ ਹੀ ਪੈਣਾ। ਉਹਨਾਂ ਦਾ ਬੀਜੇਪੀ ਨਾਲ ਜਾਣ ਤੋਂ ਬਿਨਾਂ ਕੋਈ ਰਾਹ ਨਹੀਂ। ਅਕਾਲੀ ਦਲ 'ਚ ਕਾਫੀ ਟੁੱਟ ਭੱਜ ਆ, ਤੇ ਇਸੇ ਟੁੱਟ ਭੱਜ ਨੂੰ ਢੀਂਡਸਾ ਦੂਰ ਅੰਦੇਸ਼ੀ ਨਾਲ ਵੇਖ ਰਿਹਾ ਕਿ ਸ਼ਾਇਦ 2-4 ਸਾਲ ਬਾਅਦ ਇਹ ਸਿਆਸਤ ਪੂਰੀ ਤਰ੍ਹਾਂ ਅਕਾਲੀ ਪੋਲਿਟਿਕਸ ਖੁੱਲ ਜਾਏ ਔਰ ਮੇਰੀ ਭੂਮਿਕਾ ਵੱਡੀ ਹੋ ਜਾਏ। ਉਹ ਵੱਖਰਾ ਚੱਲਣ ਨੂੰ ਤਰਜੀਹ ਦੇ ਰਿਹਾ। ਲੇਕਿਨ ਬ੍ਰਹਮਪੁਰਾ ਅੱਜ ਮੈਂ ਇਹ ਦਾਅਵਾ ਨਹੀਂ ਕਰ ਰਿਹਾ, ਕਿਉਂਕਿ ਮੇਰੀ ਬ੍ਰਹਮਪੁਰਾ ਨਾਲ ਗੱਲ ਨਹੀਂ ਹੋਈ। 11 ਵਜੇ ਉਹਨਾਂ ਦੇ ਸ਼ਾਮਲ ਹੋਣ ਦੀ ਖਬਰ ਹੈ। ਕੱਲ ਮੈਂ ਜਿਹੜੀ ਗੱਲ ਸ਼ਾਮ ਨੂੰ ਕੀਤੀ ਸੀ, ਉਹਦੇ ਆਧਾਰ ਤੇ ਉਹਨਾਂ ਦੇ ਪੁੱਤਰ ਨਾਲ ਮੇਰੀ ਗੱਲ ਹੋਈ ਸੀਗੀ। ਉਹਨਾਂ ਨੇ ਕੋਈ ਨਾ ਨਹੀਂ ਕੀਤੀ, ਔਰ ਉਹ ਇੱਕ ਜਿਹੜਾ ਸਟੇਟਮੈਂਟ ਸੀ ਉਹਦੇ ਆਧਾਰ ਤੇ ਵੀ ਅਸੀਂ ਕਹਿ ਰਹੇ ਹਾਂ ਕਿ ਅੱਜ ਜਦੋਂ 11 ਵਜੇ ਬ੍ਰਹਮਪੁਰਾ ਜੇ ਸ਼ਾਮਲ ਹੋ ਜਾਂਦੇ ਆ, ਤਾਂ 1 ਵਜੇ ਵਾਲੀ ਦਿੱਲੀ ਵਾਲੀ ਪ੍ਰੈਸ ਕਾਨਫਰੰਸ ਬੀਜੇਪੀ ਦੀ ਵੀ ਬੜੀ ਅਹਿਮ ਆ। ਇੱਕ ਖਬਰ ਨਿਕਲ ਕੇ ਆ ਰਹੀ ਆ, ਜਿਹਨੂੰ ਮੈਂ ਮੁੱਢਲੇ ਤੌਰ ਦੇ ਉੱਤੇ ਉਹਦੀ ਪੁਸ਼ਟੀ ਤਾਂ ਕਰਦਾ ਹੈ, ਲੇਕਿਨ ਜਦੋਂ ਤੱਕ ਉਹ ਸਿਰੇ ਨਹੀਂ ਚੜਦੀ ਕੁਝ ਵੀ ਨਹੀਂ ਕਿਹਾ ਜਾ ਸਕਦਾ। ਅੱਧੀ ਦਰਜਨ ਤੋਂ ਵੱਧ ਦਿੱਲੀ ਕਮੇਟੀ ਦੇ ਮੈਂਬਰ, ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਦੇ, ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਦੇ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਸਕਦੇ ਆ, ਅੱਧੀ ਦਰਜਨ ਤੋਂ ਜ਼ਿਆਦਾ। ਔਰ ਇਹ ਮਨਜਿੰਦਰ ਸਿੰਘ ਸਿਰਸਾ ਜਿਨ੍ਹਾਂ ਦੇ ਨਾਲ ਉਹ ਚੱਲਦੇ ਰਹੇ ਆ, ਉਹਨਾਂ ਦੇ ਸਾਥੀ ਸਹਿਯੋਗੀ ਹੋ ਸਕਦੇ ਆ। ਲੇਕਿਨ ਇਹ ਵੀ ਦੇਖਣ ਵਾਲੀ ਗੱਲ ਆ ਕਿ ਸਿਰਸਾ ਇਸ ਪੈਂਤੜੇ ਤੇ ਆਖਰ ਕਿਉਂ ਚੱਲ ਰਿਹਾ ਕਿ ਉਹ ਆਪਣੇ ਮੈਂਬਰ ਜਿਹੜੇ ਬੀਜੇਪੀ ਦੀ ਵਰਗੇ ਸਮੁੰਦਰ 'ਚ ਸੁੱਟਣਗੇ। ਉਸ ਤੋਂ ਬਾਅਦ ਉਹਨਾਂ ਦੀ ਆਪਣੀ ਹੋਂਦ ਹਸਤੀ ਕਿੰਨੀ ਕੁ ਅੱਗੇ ਵਧੇਗੀ, ਦਿੱਲੀ ਕਮੇਟੀ ਕਿਵੇਂ ਬਣ ਪਾਏਗੀ, ਕਿਵੇਂ, ਕਿਉਂਕਿ ਇਸ ਤੋਂ ਬਾਅਦ ਕਿਸੇ ਵੀ ਧਿਰ ਕੋਲ ਜਿਹੜਾ ਉਹ ਬਹੁਤੇ ਮੈਂਬਰ ਇਕੱਠੇ ਰਹਿਣੇ ਨਹੀਂਗੇ। ਇਹ ਅਕਾਲੀ ਦਲ ਵੀ ਇਸ ਸਥਿਤੀ 'ਚ ਨਹੀਂ ਰਹੂਗਾ ਕਿ ਉਹ ਉੱਥੇ ਬਣਾ ਸਕੇ। ਫਿਰ ਕੀ ਸਰਨਿਆਂ ਨਾਲ ਇਕੱਠੇ ਹੋ ਕੇ ਅੱਗੇ ਕੋਈ ਵਧਿਆ ਜਾ ਸਕਦਾ? ਇਹ ਸਾਰੀਆਂ ਚੀਜ਼ਾਂ ਨੇ। ਲੇਕਿਨ ਮੈਨੂੰ ਹੁਣ ਤੁਸੀਂ ਇਹ ਦੱਸੋ ਕਿ 2 ਖਬਰਾਂ, ਜੇ ਬ੍ਰਹਮਪੁਰਾ ਸ਼ਾਮਲ ਹੋ ਜਾਂਦੇ ਆ, ਦਿੱਲੀੋਂ ਝਟਕਾ ਮਿਲ ਜਾਂਦਾ, ਇੱਕ ਪਾਸੇ ਖੁਸ਼ੀ ਮਨਾਉਣ ਦਾ ਇੱਕ ਚਾਅ ਜਿਹਾ ਰਹੂਗਾ, ਦੂਜੇ ਬੰਨੇ ਇੱਕ ਬਹੁਤ ਤਕਲੀਫ ਦੇ ਸਥਿਤੀ ਹੋਊਗੀ ਕਿ ਆਪਾਂ ਜਿੱਤ ਕੇ ਵੀ ਦਿੱਲੀ 'ਚ ਹਾਰ ਗਏ। ਕੀ ਕਹਿੰਦੇ ਹੋ ਜੇ ਇੰਜ ਹੁੰਦਾ ਤਾਂ? ਸਨ 2018 ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਹੋਣਾ ਨੇ ਬਹੁਤ ਸੰਗੀਨ ਦੋਸ਼ ਲਾਏ ਸੀ ਸੁਖਬੀਰ ਸਿੰਘ ਬਾਦਲ ਹੋਣਾ ਤੇ ਬਿਕਰਮ ਸਿੰਘ ਮਜੀਠੀਆ ਹੋਣਾ ਤੇ। ਜਿਹੜੀ ਰਾਜਨੀਤੀ ਉਹ ਕਰਦੇ ਆ, ਉਹ ਕਹਿੰਦੇ ਮੈਨੂੰ ਇਹਨਾਂ ਦੀ ਸ਼ੈਲੀ ਨਹੀਂ ਪਸੰਦ, ਤੇ ਫਿਰ ਇਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ। ਯਾਦ ਕਰੋ ਰੰਧਾਵਾ ਜੀ। ਉਸ ਤੋਂ ਬਾਅਦ ਫਿਰ ਬ੍ਰਹਮਪੁਰਾ ਸਾਹਿਬ ਆਪਣੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜਾ ਇਹ ਬਣਾਉਂਦੇ ਆ, ਤੇ ਨਾਲ ਦੀ ਨਾਲ ਹੀ ਇਹਨਾਂ ਦੇ ਜਿਹੜੇ ਪੁੱਤਰ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਇਹ ਹੋਏ, ਤੇ ਅੱਜ ਇਹਨਾਂ ਦੇ ਨਾਲ ਜਿਹੜੇ ਕਰਨੈਲ ਸਿੰਘ ਪੀਰ ਮੁਹੰਮਦ ਹੋਏ ਤੇ ਉਜਾਗਰ ਸਿੰਘ ਬਡਾਲੀ, ਇਹ तमाम ਜਿਹੜੇ ਲੀਡਰ ਆ ਉਹਨਾਂ ਦੇ ਜਿਹੜੇ ਵਾਪਸ
ਸ਼ਾਮਲ ਹੋਣ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਨੇ, ਕਿਉਂਕਿ ਜਿਹੜੀਆਂ ਇਹ ਪੋਲੀਟੀਕਲ ਸੰਭਾਵਨਾ ਹੁੰਦੀਆਂ ਕਦੋਂ ਬਦਲ ਜਾਂਦੀਆਂ, ਕਦੋਂ ਜਿਹੜੀਆਂ ਇਹਨਾਂ 'ਚ ਨਵਾਂ ਮੋੜ ਆ ਜਾਂਦਾ ਸਾਨੂੰ ਪਤਾ ਨਹੀਂ, ਲੇਕਿਨ ਇਸ ਟਾਈਮ ਤੱਕ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਇਸ ਦੀਆਂ ਪੂਰੀਆਂ ਸੰਭਾਵਨਾਵਾਂ ਨੇ ਤੇ ਅੱਜ ਉਹ ਹੋ ਜਾਣੀਆਂ। ਦੂਸਰੀ ਗੱਲ, ਇਹਦਾ ਜਿਹੜਾ ਮੁੱਖ ਜਿਹੜਾ ਹੈਗਾ ਉਹ ਇਸ ਗੱਲ ਤੋਂ ਪਤਾ ਲੱਗਦਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਆਲਰੇਡੀ ਰਣਜੀਤ ਸਿੰਘ ਬ੍ਰਹਮਪੁਰਾ ਹੋਣਾ ਤੇ ਦੋਸ਼ ਲਾਉਣੇ ਸ਼ੁਰੂ ਕਰਤੇ ਆ, ਬਲਕਿ ਉਹਨਾਂ ਨੇ ਕਿਹਾ ਹਾਂਜੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ, ਇਹ ਤਾਂ ਉਹਨਾਂ ਨਾਲ ਹੀ ਜਾਣਗੇ। ਤੀਸਰੀ ਇੰਡੀਕੇਸ਼ਨ, ਖਡੂਰ ਸਾਹਿਬ ਦੀ ਸੀਟ ਜਿਹੜੀ ਲੜਦੇ ਆ ਔਰ ਜਿਹੜੀ ਉਹ ਆਪਣੇ ਰਵਿੰਦਰ ਸਿੰਘ ਬ੍ਰਹਮਪੁਰਾ ਹੁਣ ਆਪਣੇ ਮੁੰਡੇ ਲਈ ਮੰਗਦੇ, ਉਹ ਖਾਲੀ ਪਈ ਆ। ਚੌਥੀ ਗੱਲ ਜਿਹੜੀ ਸੁਖਦੇਵ ਸਿੰਘ ਢੀਂਡਸਾ ਹੋਣਾ ਨੇ ਕਹੀ ਆ, ਉਹਨਾਂ ਨੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਵੀ ਆਲੋਚਨਾ ਕੀਤੀ ਕਿ ਉਹਨਾਂ ਨੂੰ ਪੋਲੀਟੀਕਲ ਮਾਮਲਿਆਂ ਤੋਂ ਦੂਰ ਰਹਿਣਾ ਚਾਹੀਦਾ, ਇਹ ਨਿਰੋਲ ਤੇ ਨਿਰੋਲ ਸਿਆਸੀ ਮਾਮਲੇ ਨੇ ਤੇ ਉਹਨਾਂ ਨੂੰ ਸਿਰਫ ਧਾਰਮਿਕ ਮਾਮਲਿਆਂ ਤੇ ਆਪਣੀ ਜਿਹੜੀ ਨਜ਼ਰ ਆ ਉਹ ਰੱਖਣੀ ਚਾਹੀਦੀ ਆ। ਸੋ ਕਹਿਣ ਦਾ ਮਤਲਬ ਇਹ ਸਾਰੀਆਂ ਜੇ ਆਪਾਂ ਘਟਨਾਵਾਂ ਜਿਹੜੇ ਸਰਕਮਸਟੈਂਸ਼ੀਅਲ ਚੀਜ਼ਾਂ ਹੁੰਦੀਆਂ ਉਸ ਤੋਂ ਬਿਲਕੁਲ ਇਹ ਸਾਫ਼ ਨਜ਼ਰ ਆ ਰਿਹਾ ਕਿ ਇਹ ਇੱਕ ਨਵੇਂ ਸਮੀਕਰਨ ਬਣਨ ਜਾ ਰਹੇ ਆ। ਤੇ ਵੈਸੇ ਵੀ ਰਣਜੀਤ ਸਿੰਘ ਬ੍ਰਹਮਪੁਰਾ ਜਦੋਂ ਤੋਂ ਸੁਖਦੇਵ ਸਿੰਘ ਢੀਂਡਸਾ ਦੀ ਇਸ ਗੱਲ ਕਰਕੇ ਉਹਨਾਂ ਦੀ ਆਲੋਚਨਾ ਕਰਦੇ ਸੀ ਕਿ ਤੁਸੀਂ ਭਾਜਪਾ ਦੇ ਨਾਲ ਹੱਥ ਮਿਲਾ ਰਹੇ ਹੋ, ਜਿਹਦੀ ਮੈਨੂੰ ਬਰਦਾਸ਼ਤ ਨਹੀਂ ਆ, ਨਾ ਸੁਖਦੇਵ ਸਿੰਘ ਢੀਂਡਸਾ ਕੋਲੇ ਤੇ ਨਾ ਹੀ ਮੈਨੂੰ ਲੱਗਦਾ ਰਣਜੀਤ ਸਿੰਘ ਬ੍ਰਹਮਪੁਰਾ ਹੋਣਾ ਕੋਲੇ ਬਹੁਤ ਸਾਰੇ ਇਸ ਤਰ੍ਹਾਂ ਦੇ ਕਾਰਨ ਰਹਿ ਗਏ ਸੀ ਉਹ ਇਕੱਠੇ ਰਹਿਣ। ਸੋ ਇਸ ਕਰਕੇ ਉਹਨਾਂ ਦਾ ਵੱਖ ਹੋਣ ਜੀ ਨਹੀਂ ਤੁਸੀਂ ਗੱਲ ਪੂਰੀ ਕਰ ਲਓ। ਵੱਖ ਹੋਣਾ ਮੈਨੂੰ ਲੱਗਦਾ ਕਿ ਠੀਕ ਦਿਸ਼ਾ 'ਚ ਹੀ ਹੈ ਤੁਸੀਂ ਕਹਿ ਰਹੇ ਹੋ, ਲੇਕਿਨ ਇਹਦੇ ਨਾਲ ਇੱਕ ਸਵਾਲ ਖੜਾ ਹੁੰਦਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਕਾਫੀ ਦੇਰ ਉਸ ਸਰਕਾਰ ਦਾ ਹਿੱਸਾ ਰਹੇ ਜਿਹਦੇ ਵਿੱਚ ਉਹਨਾਂ ਦੇ ਸਾਥੀ ਮਦਨ ਮੋਹਨ ਮਿੱਤਲ ਵੀ ਹੁੰਦੇ ਸੀਗੇ, ਮਨੋਰੰਜਨ ਕਾਲੀਆ ਵੀ ਹੁੰਦੇ ਸੀ, ਤੀਕਸ਼ਣ ਸੂਦ ਵੀ ਹੁੰਦੇ ਸੀਗੇ। ਬੀਜੇਪੀ ਨਾਲ ਕਾਫੀ ਦੇਰ ਸਰਕਾਰ ਚੱਲੀ ਆ ਤੇ ਉਹਦੇ ਚ ਬ੍ਰਹਮਪੁਰਾ ਦੂਜੇ ਨੰਬਰ ਤੇ ਬਾਦਲ ਸਾਹਿਬ ਤੋਂ ਬਾਅਦ ਆਉਂਦੇ ਰਹੇ ਆ, ਉਹ ਕਈ ਵਾਰੀ ਇੰਜ ਭੁੱਲ ਜਾਂਦੇ ਨਾ। ਦੂਜੀ ਗੱਲ ਇਹ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਜਦੋਂ ਸ਼ੁਰੂਆਤੀ ਗੱਲਬਾਤ ਚੱਲਦੀ ਹੈ ਤਾਂ ਪਹਿਲੀ ਦੌਰ ਦੇ ਵਿੱਚ ਤਾਂ ਬ੍ਰਹਮਪੁਰਾ ਸਾਹਿਬ ਬਿਲਕੁਲ ਹੀ ਨਾ ਕਰ ਦਿੰਦੇ, ਕਹਿੰਦੇ ਨਾ ਮੈਂ ਨਹੀਂ ਚਾਹਣਾ, ਅਸੀਂ ਛੱਡ ਕੇ ਆਏ ਆ, ਅਸੀਂ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਹੈ। ਫਿਰ ਉਹ ਦੂਜੀ ਸ਼ਰਤ ਤੇ ਰੱਖਦੇ ਆ ਅਕਾਲੀ ਦਲ ਦੇ ਮੂਹਰੇ ਕਿ ਇਹ ਜਿਹੜੇ ਸੁਖਬੀਰ ਤੇ ਉਹਨਾਂ ਦਾ ਸਾਲਾ ਸਾਹਿਬ ਹੈ ਦੋਵੇਂ ਪਾਸੇ ਹੋ ਜਾਣ ਫਿਰ ਮੈਂ ਆ ਜਾਣਾ, ਕਿਉਂਕਿ ਗੱਲਬਾਤ ਹੀ ਉਹ ਚਲਾ ਰਹੇ ਸੀ ਸੁਖਬੀਰ ਔਰ ਮਜੀਠੀਆ। ਫਿਰ ਉਹਨਾਂ ਦੇ ਪਾਸੇ ਹੋਣ ਦੀ ਗੱਲ ਤਾਂ ਵੈਸੇ ਬੇਮਾਨੇ ਸੀ, ਸਭ ਨੂੰ ਪਤਾ ਸੀ ਕਿ ਸੰਭਵ ਨਹੀਂ। ਫਿਰ ਤੀਜੇ ਨੰਬਰ ਤੇ ਇਹ ਗੱਲ ਆਉਂਦੀ ਆ ਕਿ ਅਸੀਂ ਤੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਵੱਖਰੇ ਹੋਏ ਸੀਗੇ, ਵੱਖਰਾ ਦਲ ਬਣਾਇਆ ਸੀ। ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਈ ਗੱਲ ਕਰਨ ਤੇ ਗੱਲ ਅੱਗੇ ਵੱਧ ਸਕਦੀ ਹੈ। ਹੁਣ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕੱਲ ਇਹ ਗੱਲ ਕਹਿੰਦੇ ਆ ਵੀ ਵੱਡੀ ਚੁਣੌਤੀ ਹੈ, ਪੰਥਕ ਏਕਤਾ ਬਹੁਤ ਜ਼ਰੂਰੀ ਹੈ, ਸਮੇਂ ਦੀ ਲੋੜ ਆ, ਤੇ ਫਿਰ ਬ੍ਰਹਮਪੁਰਾ ਸਾਹਿਬ ਦਾ ਬਿਆਨ ਆ ਜਾਂਦਾ ਕਿ ਅਸੀਂ ਕਦੇ ਵੀ ਭਾਜਪਾ ਨਾਲ ਜਾ ਹੀ ਨਹੀਂ ਸਕਦੇ, ਸੋਚ ਹੀ ਨਹੀਂ ਸਕਦੇ। ਸੋ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗੱਲ ਕੀਤੀ ਅਸੀਂ ਉਹਦੇ ਅਨੁਸਾਰ ਚੱਲਾਂਗੇ। ਤੇ ਅੱਜ ਜੇ ਸਭ ਕੁਝ ਵਾਪਰ ਜਾਂਦਾ ਤੇ ਉਹ ਉਵੇਂ ਹੀ ਆ ਜਿਵੇਂ ਤੈਅ ਹੋਇਆ ਸੀ। ਤੇ ਲੇਕਿਨ ਜੇ ਦਿੱਲੀ ਦੇ ਵਿੱਚ ਟੁੱਟ ਭੱਜ ਹੁੰਦੀ ਹੈ ਤੇ ਅਕਾਲੀ ਦਲ ਨੂੰ ਉਹ ਵੀ ਵੱਡਾ ਸੰਕਟ ਹੋ ਸਕਦਾ। ਦਿੱਲੀ ਕਮੇਟੀ ਦੇ ਲਗਭਗ ਅੱਧੀ ਦਰਜਨ ਤੋਂ ਵੱਧ ਮੈਂਬਰ ਅੱਜ ਭਾਜਪਾ ਜੁਆਇਨ ਕਰ ਸਕਦੇ, ਇਹ ਸੋਚਣਾ ਹੈ। ਲੇਕਿਨ ਹੁਣ ਜਿਹੜੀ ਗੱਲ ਜਿੱਤੇ ਮੈਂ ਆਉਣਾ ਚਾਹੁੰਦਾ ਹੈ ਉਹ ਹੈਗਾ ਕਿ ਅਮਿਤ ਸ਼ਾਹ ਦੀ ਅਗਵਾਈ ਦੇ ਵਿੱਚ, ਲਗਭਗ ਅਗਵਾਈ ਨਹੀਂ ਕਹਿ ਸਕਦੇ, ਇੱਕ 3 ਮੈਂਬਰੀ ਕਮੇਟੀ ਬਣੀ ਆ ਮਨਪ੍ਰੀਤ ਜੀ। ਉਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਔਰ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਕੀਤੇ ਗਏ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਰ ਸਾਬਕਾ ਕੇਂਦਰੀ ਤੇ ਵਜ਼ੀਰ ਜਿਹੜੇ ਹੈਗੇ ਰਾਜ ਸਭਾ ਦੇ ਮੌਜੂਦਾ ਮੈਂਬਰ ਨੇ, ਉਹ ਸੁਖਦੇਵ ਸਿੰਘ ਢੀਂਡਸਾ ਇਸ ਕਮੇਟੀ 'ਚ ਹੋਣਗੇ। 3 ਸ਼ਰਤਾਂ ਜਿਹੜੀਆਂ ਇਹਦੇ 'ਚ ਤੈਅ ਹੋਈਆਂ ਨੇ। ਪਹਿਲੇ ਦੇ ਵਿੱਚ ਤਾਂ ਇਹ ਗੱਲ ਕਿ ਜਿਹੜੀ ਸੀਟ ਸ਼ੇਅਰਿੰਗ ਹੈ ਜਦੋਂ ਰੌਲਾ ਪੈਂਦਾ, ਉਹ ਇਹੋ ਜਿਹੀ ਕੋਈ ਗੱਲ ਨਹੀਂ ਹੈ। ਪਹਿਲੀ ਗੱਲ ਤਾਂ ਇਹ ਰੱਖੀ ਗਈ ਹੈ ਕਿ ਤੁਸੀਂ ਪੰਜਾਬ ਨੂੰ ਲੈ ਕੇ ਏਜੰਡਾ ਕੀ ਚਾਹੁੰਦੇ ਹੋ, ਆਪਣੇ ਸਾਰੇ ਤਿੰਨੇ ਧਿਰਾਂ ਜੋ ਚਾਹੁੰਦੇ ਹੋ ਆਪਣਾ ਆਪਣਾ ਕਾਮਨ ਰੱਖੋ ਔਰ ਇਹਦਾ ਇੱਕ ਸਾਂਝਾ ਚੋਣ ਮੈਨੀਫੈਸਟੋ ਬਣਾਓ। ਤੇ ਮੇਰੇ ਕੋਲੇ ਸੂਚਨਾ ਹੈ ਕਿ ਢੀਂਡਸਾ ਸਾਹਿਬ ਨੇ 12 ਨੁਕਾਤੀ ਪ੍ਰੋਗਰਾਮ ਆਪਣਾ ਪੇਸ਼ ਕਰਤਾ ਹੈ, ਅਮਿਤ ਸ਼ਾਹ ਨੂੰ ਭੇਜ ਦਿੱਤਾ ਗਿਆ ਹੈ। ਔਰ ਕੈਪਟਨ ਅਮਰਿੰਦਰ ਸਿੰਘ ਨੇ ਸਿਸਮਾਂ 'ਚ ਕੱਲ ਗੈਰ ਰਸਮੀ ਗੱਲਬਾਤ 'ਚ ਕਹਿਤਾ ਕਿ ਮੈਂ ਵੀ ਪੰਜਾਬ ਨੂੰ ਲੈ ਕੇ ਜੋ ਮੇਰਾ ਏਜੰਡਾ ਮੈਂ ਉਹ ਅਮਿਤ ਸ਼ਾਹ ਨੂੰ ਭੇਜਤਾ। ਹੁਣ ਤੀਜੀ ਗੱਲ, ਇਹ ਏਜੰਡਾ ਵੀ ਸਾਂਝਾ ਹੋਊਗਾ ਜੀ, ਇਹ ਸਾਂਝਾ ਚੋਣ ਮੈਨੀਫੈਸਟੋ ਤਿੰਨਾਂ ਦਾ ਬਣੂਗਾ। ਤੇ ਤੀਜੀ ਗੱਲ ਜਿਹੜੀ ਮਨਪ੍ਰੀਤ ਜੀ ਸਾਹਮਣੇ ਆਈ ਹੈ, ਮੇਰੇ ਕੋਲ ਸੂਚਨਾ ਹੈ ਕਿ ਇਹ ਗੱਲ ਅਮਿਤ ਸ਼ਾਹ ਦੀ ਉਸ ਕਮੇਟੀ 'ਚ ਕੀਤੀ ਗਈ ਹੈ ਕਿ ਕੋਈ ਸੀਟ ਸ਼ੇਅਰਿੰਗ ਨਹੀਂ ਹੋਊਗੀ। ਵਿਨਿੰਗ ਕੈਂਡੀਡੇਟਸ ਜਿਹੜੇ ਹੋਣਗੇ, ਜਿੱਥੋਂ ਵੀ ਜਿਹਦਾ ਵੀ ਹੋਊਗਾ, ਤੁਸੀਂ ਇਕੱਠੇ ਬੈਠੋ, ਆਪਣੇ ਆਪਣੇ ਕੈਂਡੀਡੇਟ ਦੱਸੋ, ਜਿਹਦਾ ਜਿੱਥੋਂ ਜ਼ਿਆਦਾ ਅਹਿਮ ਕੈਂਡੀਡੇਟ ਹੋਊਗਾ, ਜਿੱਤਣ ਦੀ ਸਥਿਤੀ 'ਚ ਹੋਊਗਾ, ਉਹਨੂੰ ਉੱਥੇ ਟਿਕਟ ਅਲਾਟ ਕਰਤੀ ਜਾਊਗੀ। ਸੋ ਇਸ ਵੇਲੇ ਇਹ ਵੀ ਬੜੀ ਵੱਡੀ ਭੱਜ ਨੱਠ ਆ ਕਿ ਕਿਹੜੇ ਬੰਦੇ ਕਿੱਥੋਂ ਜ਼ਿਆਦਾ ਅਹਿਮ ਨੇ ਔਰ ਇਹਦੇ 'ਚ ਕੈਪਟਨ ਅਮਰਿੰਦਰ ਸਿੰਘ ਨਾਲ ਕਿਹੜੇ ਬੰਦੇ ਨੇ, ਇਹ ਵੀ ਬੜੀ ਦਿਲਚਸਪ ਗੱਲ ਆ। ਹੁਣ ਮੈਂ ਤੁਹਾਡੀ ਇਹਨਾਂ ਸਾਰੀਆਂ ਗੱਲਾਂ ਤੇ ਟਿੱਪਣੀ ਚਾਹੁੰਦਾ। ਦੇਖੋ ਰੰਧਾਵਾ ਜੀ, ਇਹ ਬੜਾ ਸੌਖੀ ਗੱਲ ਆ ਇਸ ਤੇ ਇਹਦਾ ਐਨਾਲਿਸਿਸ ਤੇ ਵਿਸ਼ਲੇਸ਼ਣ ਕਰਨਾ। ਦਰਅਸਲ ਤੁਸੀਂ ਇਹ ਤਿੰਨੇ ਪਾਰਟੀਆਂ ਦੇਖੋ,
ਚਾਹੇ ਪੰਜਾਬ ਲੋਕ ਕਾਂਗਰਸ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਆ, ਚਾਹੇ ਸੁਖਦੇਵ ਸਿੰਘ ਢੀਂਡਸਾ ਹੋਣ ਵਾਲੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੰਯੁਕਤਾ ਤੇ ਭਾਰਤੀ ਜਨਤਾ ਪਾਰਟੀ। ਦਰਅਸਲ ਇਸ ਟਾਈਮ ਜੇ ਤੁਸੀਂ ਪੋਲੀਟੀਕਲ ਦੇਖੋ ਔਰ ਜੇ ਤੁਸੀਂ ਪੰਜਾਬ ਦੇ ਵਿੱਚ ਝਾਤੀ ਮਾਰੋ, ਔਰ ਮੈਨੂੰ ਪਤਾ ਤੁਹਾਨੂੰ ਬਿਲਕੁਲ ਇਹ ਬਹੁਤ ਸਾਰੇ ਤੁਹਾਨੂੰ ਟੈਲੀਫੋਨ ਰਾਹੀਂ ਬਹੁਤ ਸਾਰੇ ਲੋਕਾਂ ਰਾਹੀਂ ਸਾਨੂੰ ਅਕਸਰ ਪੰਜਾਬ ਦੀ ਨਬਜ਼ ਪਤਾ ਲੱਗਦੀ ਰਹਿੰਦੀ ਆ। ਇਹਨਾਂ ਪਾਰਟੀਆਂ ਦੀ ਇਸ ਟਾਈਮ ਧਰਤੀ ਦੇ ਉੱਤੇ, ਧਰਾਤਲ ਦੇ ਉੱਤੇ ਜਾਂ ਸਰਫੇਸ ਤੇ ਕਿਸੇ ਤਰ੍ਹਾਂ ਦੀ ਕੋਈ ਟਰੈਕਸ਼ਨ ਜਿਹੜੀ ਅੰਗਰੇਜ਼ੀ 'ਚ ਆ ਉਹ ਗੱਲ ਬਣਦੀ ਹੋਈ ਨਜ਼ਰ ਨਹੀਂ ਆ ਰਹੀ। ਇਸ ਕਰਕੇ ਇਕੱਠੇ ਹੋਣਾ ਬਹੁਤ ਲਾਜ਼ਮੀ ਸੀ। ਥੋੜੀ ਜਿਹੀ ਤਾਕਤ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਉਂਦੇ ਆ, ਇਸੇ ਤਰ੍ਹਾਂ ਥੋੜੀ ਜਿਹੀ ਤਾਕਤ ਸੁਖਦੇਵ ਸਿੰਘ ਢੀਂਡਸਾ ਲੈ ਕੇ ਆਉਣ, ਤੇ ਜਿੰਨੀ ਕੁ ਤਾਕਤ ਭਾਜਪਾ ਕੋਲੇ ਬਚੀ ਆ ਪੰਜਾਬ 'ਚ ਉਹ ਇਕੱਠੀ ਕਰਕੇ ਲਾਉਣਾ ਚਾਹੁੰਦੀ ਆ, ਕਿਉਂਕਿ ਇਹਨਾਂ ਸਾਰਿਆਂ ਨੂੰ ਪਤਾ ਕਿ ਕੱਲੇ ਹੋ ਕੇ ਜੇ ਸੀਟ ਸ਼ੇਅਰਿੰਗ ਵਾਲੀ ਗੱਲ ਕਰਾਂਗੇ ਤੇ ਸਾਡੀ ਦਾਲ ਗੱਲੇ ਨਹੀਂ। ਤਿੰਨੇ ਕੈਂਡੀਡੇਟ ਆ, ਪਹਿਲਾਂ 117 ਕੈਂਡੀਡੇਟ ਸਾਨੂੰ ਤਿੰਨਾਂ ਨੂੰ ਵੀ ਲੱਭ ਜਾਣ, ਉਹ ਜਿੱਤਣ ਵਾਲੇ ਜਿਹੜੇ ਜਿੱਤਣ ਦੀ ਪੋਜੀਸ਼ਨ 'ਚ ਹੋਣ, ਉਹੀ ਸਾਡੇ ਲਈ ਗਣੀਮਤ ਆ, ਉਹੀ ਸਾਡੇ ਲਈ ਬਹੁਤ ਵਧੀਆ। ਸੋ ਇਹ ਗੱਲ ਦੀ ਇਹ ਰਿਅਲਾਈਜੇਸ਼ਨ ਇਹਨਾਂ ਨੂੰ ਹੋ ਚੁੱਕੀ ਹੈ। ਸੋ ਇਸੇ ਕਰਕੇ ਇਸ ਤਰ੍ਹਾਂ ਦੇ ਫਾਰਮੂਲੇ ਦਾ ਇਹਨਾਂ ਨੇ ਇੱਕ ਤਰ੍ਹਾਂ ਇਜਾਦ ਕੀਤਾ। ਤੋ ਲੱਗਦਾ ਇਹਨਾਂ ਨੂੰ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਆ ਕਿ ਇੱਕ ਵਾਰੀ ਚੋਣ ਜਾਬਤਾ ਲੱਗਣ ਦੋ, ਹੋਰ ਬਹੁਤ ਸਾਰੇ ਆਉਣਗੇ, ਕਿਉਂਕਿ ਹਜੇ ਤੱਕ ਕਾਂਗਰਸ ਨੇ ਆਪਣੇ ਮੰਤਰੀਆਂ ਦੀ, ਆਪਣੇ ਵਿਧਾਇਕਾਂ ਦੀ ਬਾਹ ਮਰੋੜੀ ਹੋਈ ਆ। ਜਿੱਦਾਂ ਹੀ ਉਹਨਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਜਾਂ ਜਿੱਦਾਂ ਹੀ ਉਹ ਚੋਣ ਜਾਬਤਾ ਲੱਗਦਾ ਉਹ ਆ ਜਾਣਗੇ। ਸੋ ਇਹ ਸਾਰੇ ਉਹਨਾਂ ਵਿਅਕਤੀਆਂ ਵੱਲ, ਜਿਸ ਤਰ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਦਿੱਲੀ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਲੋਕ ਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਜਿਹੜੇ, ਉਹ ਹੋ ਸਕਦਾ ਕਿ ਭਾਜਪਾ ਜੁਆਇਨ ਕਰ ਲੈਣ। ਇਹ ਸਾਰੇ ਦਿੱਲੀ ਕਮੇਟੀ ਦੇ ਉਹ ਸਾਰੇ। ਸੋ ਇਹ ਸਾਰੇ ਦੀ ਨਜ਼ਰਾਂ ਕਿ ਕਿਹੜੇ ਆਉਂਦੇ ਆ, ਕਿਉਂਕਿ ਇਹਦੇ ਨਾਲ ਇੱਕ ਮਾਹੌਲ ਬਣਦਾ, ਇੱਕ ਪਾਰਟੀ ਦਾ ਮਾਹੌਲ ਇਹ ਬਣਦਾ ਕਿ ਦੇਖੋ ਪਾਰਟੀ ਵੱਲ ਜੇ ਆ ਰਹੇ ਤਾਂ ਜ਼ਰੂਰ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤਾਕਤ ਨਾਲ ਲੜੇਗੀ। ਔਰ ਇਸ ਦੇ ਸਾਨੂੰ ਕਿਸੇ ਦਾ ਕੋਈ ਸ਼ੱਕ ਸ਼ੁਬਾ ਵੀ ਨਹੀਂ ਆ। ਭਾਰਤੀ ਜਨਤਾ ਪਾਰਟੀ ਕੋਲੇ ਜੋ ਸੰਸਾਧਨ ਆ, ਜੋ ਉਹਨਾਂ ਕੋਲੇ ਸਮਰੱਥਾ, ਧਨ ਦੀ, ਮੈਨ ਪਾਵਰ ਦੀ, ਰਿਸੋਰਸਿਸ ਦੀ, ਇਹ ਸਾਰਾ ਕੁਛ ਆ। ਸੋ ਇਸ ਗੱਲ ਦੀ ਤਾਂ ਹੈ, ਲੇਕਿਨ ਅਲਟੀਮੇਟਲੀ ਸਾਥ ਕਿਹਨਾਂ ਨੇ ਦੇਣਾ? ਲੋਕਾਂ ਨੇ। ਬਹੁਤ ਤਾਕਤ ਕਈ ਵਾਰੀ ਕਈ ਸੂਬਿਆਂ 'ਚ ਲੱਗੀ ਆ ਭਾਰਤੀ ਜਨਤਾ ਪਾਰਟੀ ਦੀ, ਲੇਕਿਨ ਉਸ ਦੇ ਬਾਵਜੂਦ ਵੀ ਰਿਜ਼ਲਟ ਉਹ ਨਹੀਂ ਆਈ। ਮੈਂ ਇੱਕ ਐਗਜ਼ਾਮਪਲ, ਇੱਕ ਲਾਈਨ ਨਾਲ ਤੁਹਾਡਾ ਖਤਮ ਕਰਨਾ ਚਾਹੂੰਗਾ। ਉੱਤਰ ਪ੍ਰਦੇਸ਼ ਦੇ ਵਿੱਚ JP ਨੱਡਾ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਤੋਂ ਲੈ ਕੇ ਅਮਿਤ ਸ਼ਾਹ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਤੋਂ ਲੈ ਕੇ ਤਮਾਮ ਇਸ ਟਾਈਮ ਰੈਲੀਆਂ ਲਗਾਤਾਰ ਉੱਥੇ ਆ। ਇਸੇ ਤਰ੍ਹਾਂ ਦਾ ਜ਼ੋਰ ਵੈਸਟ ਬੰਗਾਲ 'ਚ ਵੀ ਲੱਗਾ ਸੀ, ਲੇਕਿਨ ਅਲਟੀਮੇਟਲੀ ਜਿਹੜਾ ਫੈਸਲਾ ਉਹ ਲੋਕਾਂ ਨੇ ਦੇਣਾ। ਦੇਖਦੇ ਆ ਅੱਗੇ ਕੀ ਹੁੰਦਾ। ਜੀ, ਤੁਸੀਂ ਠੀਕ ਕਹਿ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਚੋਣ ਜਾਬਤਾ ਲੱਗਣ ਦਿਓ, ਆਗੇ ਦੇਖੋ ਹੋਤਾ ਹੈ ਕਿਆ। ਔਰ ਇਹੀ ਗੱਲ ਅਸੀਂ ਇੱਕ ਆਪਣੀ ਵੀਡੀਓ ਦੇ ਵਿੱਚ ਕੀਤੀ ਸੀ, ਭਾਸਕਰ ਸਾਹਿਬ ਦੀ ਉਹ ਖੋਜ ਸੀ ਜਿਹਦੇ 'ਚ ਕੁਝ ਵਜ਼ੀਰਾਂ ਦੇ ਭਾਜਪਾ ਵੱਲ ਰੁਚਿਤ ਹੋਣ ਦੀਆਂ ਗੱਲਾਂ ਜਾਂ ਭਾਜਪਾ ਵੱਲੋਂ ਕੁਝ ਇਸ ਤਰ੍ਹਾਂ ਦੀ ਸਰਗਰਮੀ ਦੀ ਗੱਲ ਅਸੀਂ ਕੀਤੀ ਸੀਗੀ। ਔਰ ਉਹਦੇ ਵਿੱਚ ਸੰਗਰੂਰ ਤੋਂ ਵਿਜੇਂਦਰ ਸਿੰਗਲਾ ਨੇ ਇੱਕ ਉਹਨਾਂ ਦਾ ਅੱਜ ਬਿਆਨ ਅੰਗਰੇਜ਼ੀ ਟ੍ਰਿਬਿਊਨ 'ਚ ਛਪਿਆ ਕਿ ਮੈਂ ਕਾਂਗਰਸੀ ਹਾਂ, ਕਾਂਗਰਸੀ ਰਵਾਂਗਾ। ਅਸੀਂ ਉਹਨਾਂ ਦੇ ਇਸ ਗੱਲ ਦੀ ਸਨਮਾਨ ਕਰਦੇ ਹਾਂ, ਇਸ ਸਟੇਟਮੈਂਟ ਦਾ ਸਨਮਾਨ ਕਰਦੇ ਹਾਂ। ਉਹਨਾਂ ਨੇ ਜਿਹੜੀ ਵੀਡੀਓ ਵੀ ਜਾਰੀ ਕੀਤੀ ਸੀ, ਉਹਨਾਂ ਨੇ ਇਹ ਵੀ ਕਿਹਾ ਸੀ ਕਿ ਭਾਜਪਾ ਨੂੰ ਚੁੰਡੀਆਂ ਵੱਢਣ ਦੀ ਆਦਤ ਆ ਤੇ ਇਹੋ ਜਿਹੇ ਮੌਕਿਆਂ ਤੇ ਉਹ ਤੁਹਾਨੂੰ ਪਤਾ ਕੀ ਕੁਝ ਕਰਦੇ ਰਹਿੰਦੇ ਆ। ਉਹਨਾਂ ਨੇ ਜਿਹੜੀ ਆਪਣੀ ਕੋਈ ਮਿੰਟਕ ਦੀ ਵੀਡੀਓ ਦੇ ਵਿੱਚ ਗੱਲ ਕਹੀ ਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਇਸ ਸੰਬੰਧੀ ਮੈਂ ਕਾਂਗਰਸੀ ਹਾਂ ਤੇ ਕਾਂਗਰਸੀ ਰਵਾਂਗਾ। ਉਹਨਾਂ ਦੇ ਇਸ ਦਾਅਵੇ ਨੂੰ ਧਿਆਨ 'ਚ ਰੱਖਦਿਆਂ, ਉਹਨਾਂ ਦਾ ਕਾਂਗਰਸ ਛੱਡ ਕੇ ਇੱਧਰ ਉੱਧਰ ਜਾਣ ਦੇ ਦਾਅਵੇ ਨੂੰ ਪੁਖਤਾ ਕਰਦਿਆਂ ਜਾਂ ਇਹਨਾਂ ਅਫਵਾਹਾਂ ਨੂੰ ਖਾਰਜ ਕਰਦਿਆਂ ਜਿਹੜੀ ਗੱਲ ਕੀਤੀ ਗਈ ਹੈ ਉਹਨੂੰ ਧਿਆਨ 'ਚ ਰੱਖਦਿਆਂ ਅਸੀਂ ਵੀ ਨੈਤਿਕ ਤੌਰ ਤੇ ਸਮਝਦੇ ਹਾਂ ਕਿ ਜਦੋਂ ਕੋਈ ਵਿਅਕਤੀ ਸਿੱਧੇ ਤੌਰ ਤੇ ਉਹਨੂੰ ਖਾਰਜ ਕਰ ਦਿੰਦਾ ਹੈ ਤਾਂ ਜਿਹੜੀਆਂ ਸੰਭਾਵਨਾਵਾਂ ਅਸੀਂ ਪ੍ਰਗਟ ਕਰ ਰਹੇ ਹੁੰਦੇ ਆ ਉਹਨਾਂ ਦਾ ਇੱਕ ਤਰ੍ਹਾਂ ਨਾਲ ਭੋਗ ਪੈ ਜਾਂਦਾ। ਲੇਕਿਨ ਭਵਿੱਖ ਦੇ ਵਿੱਚ ਫਿਰ ਉਹ ਜਦੋਂ ਵੀ ਕੋਈ ਚੀਜ਼ਾਂ ਅੱਗੇ ਵੱਧਦੀਆਂ, ਕਿਉਂਕਿ ਇੱਕ ਪਾਸੇ ਭਾਜਪਾ ਦੇ ਦਾਅਵੇ, ਕੈਪਟਨ ਸਾਹਿਬ ਦੇ ਦਾਅਵੇ, ਸਿੰਗਲਾ ਸਾਹਿਬ ਦੇ ਦਾਅਵੇ, ਲੇਕਿਨ ਅਸੀਂ ਇੱਕ ਜਿਹੜੀ ਇਸ ਤਰ੍ਹਾਂ ਦੀਆਂ ਸੰਭਾਵਨਾ ਪ੍ਰਗਟ ਕੀਤੀਆਂ ਸੀ। ਮਨਪ੍ਰੀਤ ਜੀ, ਮੈਨੂੰ ਲੱਗਦਾ ਨੈਤਿਕ ਤੌਰ ਤੇ ਸਾਨੂੰ ਵੀਡੀਓ ਵਾਪਸ ਲੈਣੀ ਚਾਹੀਦੀ ਹੈ ਤੇ ਉਹ ਅਸੀਂ ਜ਼ਰੂਰ ਵੀਡੀਓ ਵਾਪਸ ਲਵਾਂਗੇ ਜਿਹਦੇ ਵਿੱਚ ਭਾਸਕਰ ਸਾਹਿਬ ਨੇ ਅੰਦੇਸ਼ਾ ਜ਼ਾਹਰ ਕੀਤਾ ਸੀਗਾ। ਲੇਕਿਨ ਸਕਰੀਨਿੰਗ ਕਮੇਟੀ ਦੀ ਕੱਲ ਮੀਟਿੰਗ ਹੋਈ ਹੈ, ਜਿਹੜੀ ਟਿਕਟ ਵੰਡ ਆ ਉਹਦੇ 'ਚ ਵੀ ਬੜੇ ਰੌਲੇ ਪੈਣੇ ਆ ਤੇ ਕੈਪਟਨ ਸਾਹਿਬ ਦੀਆਂ ਗੱਲਾਂ ਤੋਂ ਵੀ ਇੰਜ ਲੱਗਦਾ ਵੀ ਕਾਫੀ ਕੁਝ ਉਹਨਾਂ ਨਾਲ ਵੀ ਜੁੜਿਆ। ਸੋ ਸਿਰ ਜੋੜ ਕੇ ਚੰਨੀ ਸਿੱਧੂ ਨੂੰ ਮਾਕਰ ਨੂੰ ਬਹਿਣਾ ਪੈ ਰਿਹਾ ਕਿ ਕਿਤੇ ਕੋਈ ਸਿਆਪਾ ਵੱਡਾ ਜਾਂ ਖਲਾਰਾ ਵੱਡਾ ਨਾ ਪੈ ਜੇ। ਹਾਲਾਂਕਿ ਅਜੇ ਤੱਕ ਵੀ ਕਾਂਗਰਸ ਨੂੰ ਬੈਨੀਫਿਟ ਆ ਸਾਰੀਆਂ ਲੜਾਈਆਂ ਦਾ। ਕੀ ਕਹਿੰਦੇ? ਬਿਲਕੁਲ ਤੁਹਾਡੀ ਗੱਲ ਠੀਕ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕੱਲ ਵੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ ਆ। ਔਰ ਜਿੱਥੇ ਤੱਕ ਇਹ ਗੱਲ ਆ, ਦੇਖੋ ਸਿਆਸਤਦਾਨ ਅੱਜ ਕਿੱਥੇ ਆ ਤੇ ਕੱਲ ਟਪੂਸੀ ਮਾਰ ਕੇ ਕਿੱਥੇ ਬਹਿ ਜਾਂਦਾ,
ਇਸ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ, ਚਾਹੇ ਉਹ ਪੱਤਰਕਾਰ ਹੋਣ, ਚਾਹੇ ਉਹ ਸਮਾਜ ਕਰਮੀ ਹੋਣ ਜਾਂ ਕੋਈ ਸੰਸਥਾ ਹੋਵੇ। ਦਰਅਸਲ ਰਾਜਨੀਤੀ ਹੈ ਜਿਹੜੀ ਉਹ ਇੰਨੀ ਕੁ ਗੰਧਲੀ ਹੋ ਚੁੱਕੀ ਆ ਕਿ ਸਵੇਰੇ ਜਿਹੜੇ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਚ ਹੁੰਦੇ ਆ ਉਹ ਸ਼ਾਮ ਨੂੰ ਕਾਂਗਰਸ ਚ ਆ ਜਾਂਦੇ ਆ, ਜਿਹੜੇ ਕਾਂਗਰਸ ਵਾਲੇ ਉਹ ਆਮ ਆਦਮੀ ਪਾਰਟੀ ਚਲੇ ਜਾਂਦੇ ਆ ਜਾਂ ਕਿਸੇ ਹੋਰ ਪਾਰਟੀ। ਸੋ ਇੰਨਾ ਰਲਗੱਟ ਹੋਇਆ ਪਿਆ। ਕਈ ਵਾਰੀ ਇਹ ਜਿਹੜਾ ਸੂਚਨਾਵਾਂ ਹੁੰਦੀਆਂ ਉਹ ਇਸ ਤਰ੍ਹਾਂ ਬਣ ਕੇ ਉੱਭਰਦੀਆਂ ਨੇ, ਲੇਕਿਨ ਹਾਂ ਇਹ ਜ਼ਰੂਰ ਆ, ਆਮ ਤੌਰ ਤੇ ਮੈਂ ਤੁਹਾਨੂੰ ਦੱਸਾਂ ਪੋਲੀਟੀਕਲ ਸਰਕਲਸ ਦੇ ਵਿੱਚ ਵੀ ਕਈ ਇਸ ਤਰ੍ਹਾਂ ਦੀਆਂ ਸਟੋਰੀਜ਼ ਹੁੰਦੀਆਂ, ਨਿਊਜ਼ ਐਨਾਲਿਸਿਸ ਹੁੰਦੇ ਆ ਜਿਹੜੇ ਸਪੈਕੂਲੇਟਿਵ ਵੀ ਹੋ ਸਕਦੇ ਆ ਕਿ ਇਹ ਸੰਭਾਵਨਾ ਹੋ ਸਕਦੀ ਆ। ਸਿਰਫ ਜੀ ਉਹ ਸੰਭਾਵਨਾਵਾਂ ਹੁੰਦੀਆਂ। ਕਈ ਵਾਰੀ ਜਿਸ ਤਰ੍ਹਾਂ ਅੱਜ ਅਸੀਂ ਬ੍ਰਹਮਪੁਰਾ ਸਾਹਿਬ ਦੀ ਗੱਲ ਕੀਤੀ ਆ, ਸਾਡੀ ਹਜੇ ਤੱਕ ਦੀ ਜਾਣਕਾਰੀ ਆ ਕਿ ਉਹ ਸ਼ਾਮਲ ਹੋ ਰਹੇ ਆ, ਹੋ ਸਕਦਾ ਉਹ ਨਾ ਸ਼ਾਮਲ ਹੋਣ। ਐਨ ਮੌਕੇ ਤੇ ਜਿਹੜੀ ਆਪਸ ਦੇ ਵਿੱਚ ਕੋਈ ਸੁਲਹ ਸਫਾਈ ਹੋਈ ਆ, ਉਹ ਐਨ ਮੌਕੇ ਤੇ ਜਿਹੜੇ ਕੋਈ ਇਸ ਤਰ੍ਹਾਂ ਦੇ ਮੁੱਦੇ ਉੱਭਰ ਆਉਣ ਜਿੱਥੇ ਫੇਰ ਦੁਬਾਰਾ ਮਤਭੇਦ ਵੀ ਉੱਭਰ ਸਕਦੇ ਆ। ਸੋ ਕਹਿਣ ਦਾ ਮਤਲਬ ਵੀ ਕੋਈ ਵੀ ਚੀਜ਼ ਫਾਈਨਲ ਨਹੀਂ ਹੁੰਦੀ, ਪੱਕੀ ਨਹੀਂ ਹੁੰਦੀ। ਕਾਂਗਰਸ ਦੀ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਰੰਧਾਵਾ ਜੀ, ਉਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਉਹਨਾਂ ਨੂੰ ਇੱਕ ਗੱਲ ਪਤਾ ਲੱਗਿਆ। ਇੱਕ ਬੜੀ ਅਹਿਮ ਗੱਲ ਹੋਈ ਹੈ ਕੱਲ ਉਸ ਬੈਠਕ ਦੇ ਵਿੱਚ, ਜਿਹੜੇ ਕਾਂਗਰਸ ਦੇ ਐਮਪੀਜ਼ ਨੇ, ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੂੰ ਲੱਗਦਾ ਕਿ ਸਾਨੂੰ ਕਿਤੇ ਨਾ ਕਿਤੇ ਬਿਲਕੁਲ ਹੀ ਅਣਦੇਖੇ ਕੀਤਾ ਜਾ ਰਿਹਾ, ਸਾਡੀ ਕੋਈ ਗੱਲਬਾਤ ਹੀ ਨਹੀਂ ਪੁੱਛ ਰਿਹਾ। ਅਸੀਂ ਮੈਂਬਰ ਪਾਰਲੀਮੈਂਟ ਆ, ਜਾ ਕੇ ਪੰਜਾਬ ਨੂੰ ਪਾਰਲੀਮੈਂਟ ਦੇ ਵਿੱਚ ਰਿਪਰੈਜ਼ੈਂਟ ਕਰਦੇ ਹਾਂ। ਸੋ ਉਹਨਾਂ ਨੇ ਇਹ ਆਪਣਾ ਦੁੱਖ ਵੀ ਜ਼ਾਹਰ ਕੀਤਾ ਤੇ ਆਪਣੀ ਉਹਨਾਂ ਨੇ ਇੱਛਾ ਪ੍ਰਗਟ ਕੀਤੀ ਹੈ ਕਿ ਸਾਨੂੰ ਵੀ ਔਨ ਬੋਰਡ ਲੈ ਕੇ ਆਓ, ਸਾਡੀ ਵੀ ਗੱਲਬਾਤ ਸੁਣੋ, ਸਾਡੇ ਵੀ ਵਿਚਾਰ ਲਓ, ਅਸੀਂ ਤੁਹਾਨੂੰ ਬਹੁਤ ਸਾਰੇ ਇਨਪੁਟਸ ਦੇ ਸਕਦੇ ਹਾਂ। ਹਾਲਾਂਕਿ ਕੁਝ ਐਮਪੀ ਵਿਦਆਊਟ ਅਸੀਂ ਨਾਮ ਲੈ ਇਹ ਕਵਾਂਗੇ ਕਿ ਪਿਛਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਸੀ ਉਹ ਜੋ ਪਾਰਟੀ ਦੇ ਵਿਰੁੱਧ ਵਿੱਚ ਲੱਗ ਰਹੇ ਸੀ। ਲੇਕਿਨ ਇੱਕ ਹੋਰ ਚੀਜ਼ ਵੀ ਜਾਂਦੇ ਜਾਂਦੇ ਮੈਂ ਜ਼ਿਕਰ ਕਰਦਾ, ਹਰੀਸ਼ ਰਾਵਤ ਹੋਣਾ ਦਾ। ਉਹਨਾਂ ਨੇ ਵੀ ਉੱਤਰਾਖੰਡ ਦੇ ਵਿੱਚ ਬਾਗੀ ਸੁਰਾਂ ਛੇੜਤੀਆਂ। ਮੈਨੂੰ ਲੱਗਦਾ ਪੰਜਾਬ ਤੋਂ ਸਿੱਖ ਕੇ ਗਏ ਆ ਕਿ ਜੇ ਬਾਗੀ ਸੁਰਾਂ ਛੇੜ ਲਓ ਤਾਂ ਸ਼ਾਇਦ ਕੁਝ ਮਿਲ ਜਾਂਦਾ। ਉਹ ਕਹਿੰਦੇ ਉੱਥੋਂ ਦਾ ਸੰਗਠਨ ਨਹੀਂ ਚੰਗੀ ਤਰ੍ਹਾਂ ਕੰਮ ਕਰ ਰਿਹਾ ਤੇ ਕੈਪਟਨ ਨਾ ਨਾ ਅਮਰਿੰਦਰ ਨਾ ਸਿੰਘ ਨਾ ਨਾ ਕੈਪਟਨ ਸਾਹਿਬ ਕਹਿੰਦੇ ਜੋ ਬੀਜੋਗੇ ਵੱਢੋਗੇ। ਬਿਲਕੁਲ ਬਿਲਕੁਲ। ਤੇ ਕਹਿਣ ਦਾ ਮਤਲਬ ਵੀ ਜੋ ਬੀਜੋਗੇ ਵੱਢੋਗੇ, ਤੁਸੀਂ ਇੱਥੇ ਸਾਰੇ ਉਹ ਕੰਡੇ ਬੀਜ ਕੇ ਗਏ ਹੋ। ਸੋ ਹੁਣ ਇਹ ਹਰੀਸ਼ ਰਾਵਤ ਨੂੰ ਉੱਤਰਾਖੰਡ ਦੇ ਵਿੱਚ ਵੀ ਜਾ ਕੇ ਇਹੋ ਜਿਹੀਆਂ ਦਿੱਕਤਾਂ ਆ ਰਹੀਆਂ। ਸੋ ਕੁਝ ਵੀ ਸਥਾਈ ਨਹੀਂ ਹੈ, ਕਦੋਂ ਕੁਝ ਬਦਲ ਜੇ ਕੁਝ ਪਤਾ ਨਹੀਂ ਲੱਗ ਸਕਦਾ। ਸੋ ਕਿਸੇ ਬਾਰੇ ਆਪਣੇ ਬਾਰੇ ਵੀ ਸਾਨੂੰ ਕਈ ਵਾਰੀ ਦਾਅਵੇ ਨਹੀਂ ਕਰਨੇ ਚਾਹੀਦੇ, ਖਾਸ ਤੌਰ ਤੇ ਜਦੋਂ ਅਸੀਂ ਸਿਆਸਤ 'ਚ ਹੋਈਏ। ਜੀ, ਸਿਆਸਤਦਾਨਾਂ ਦੇ ਉਸਰੇ ਮਹਿਲਾਂ ਦੇ ਥੱਲੇ ਦੀ ਜ਼ਮੀਨ ਕਿੰਨੀ ਭੁਰਭੁਰੀ ਹੁੰਦੀ ਉਹ ਵੀ ਜਾਣਦੇ ਆ ਤੇ ਅਸੀਂ ਵੀ ਜਾਣਦੇ ਆ। ਤੇ ਇਹ ਦਾਅਵਾ ਕੋਈ ਬੇਬੁਨਿਆਦ ਨਹੀਂ ਹੁੰਦਾ ਕਿ ਪੰਜਾਬ ਮਰਦਾ ਰਿਹਾ ਔਰ ਨਿੱਜੀ ਕਾਰੋਬਾਰ ਫੈਲਦੇ ਰਹੇ। ਸਿਆਸਤਾਂ ਵੱਡੀਆਂ ਹੁੰਦੀਆਂ ਗਈਆਂ, ਪੰਜਾਬ ਬੌਣਾ ਹੁੰਦਾ ਗਿਆ ਹਰ ਲਿਹਾਜ਼ ਨਾਲ। ਇਹਦੇ ਉੱਤੇ ਲੰਬੇ ਤਬਸਰਿਆਂ ਦੀ ਲੋੜ ਆ, ਜਾਰੀ ਰੱਖਾਂਗੇ ਬਿਨਾਂ ਕਿਸੇ ਭੈ ਦੇ, ਖੌਫ ਦੇ। ਉਹ ਚੀਜ਼ਾਂ ਜਿਹੜੀਆਂ ਬਹੁਤ ਬੁਲੰਦ ਹੋ ਗਈਆਂ, ਉਹ ਕਿੰਨੀਆਂ ਕਿਰਦਾਰ ਤੋਂ ਪੱਖੋਂ ਛੋਟੀਆਂ ਨੇ, ਇਹਨਾਂ ਦਾ ਜ਼ਿਕਰ ਵੀ ਕਰਨਾ ਬਣਦਾ ਹੈ। ਇੱਕ ਵਾਰੀ ਨਵੇਂ ਸਿਰਿਓਂ ਪੰਜਾਬ ਨੂੰ ਘੜਨ ਦੀ ਲੋੜ ਆ। ਮਨਪ੍ਰੀਤ ਜੀ ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।